हाँ जी, ਨੂਰ ਸਾਹਿਬ ਜਿਹੜੀ ਮੈਨੂੰ ਸਮਝ ਆਈ ਹੈ ਨਾ ਇਸ ਕਿ ਐਗਰੀਕਲਚਰ ਚ ਕਿਵੇਂ ਅਪਲਾਈ ਹੋਏਗੀ ਘੜਵੀਂ ਮੱਤ ਯਾਨੀ ਆਰਟੀਫਿਸ਼ੀਅਲ ਇੰਟੈਲੀਜੈਂਸ, ਉਹ ਇੰਝ ਸਮਝ ਆਈ ਹੈ ਕਿ ਸਾਡੇ ਕੋਲ ਇਸ ਵੇਲੇ ਸਾਡੀ ਸਮਝ ਜਾਂ ਮੱਤ ਵਿੱਚ ਗੈਪਸ ਨੇ, ਤੇ ਉਹ ਜੀ ਗੈਪ ਡਾਕਟਰ ਸਾਹਿਬ। ਜਿਹੜੇ ਨੇ ਉਹ ਅਸੀਂ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਉਹਨਾਂ ਨੂੰ ਭਰ ਨਹੀਂ ਸਕੇ। ਮਿਸਾਲ ਜੀ ਦੇ ਜੀ ਤੌਰ ਦੇ ਉੱਤੇ ਜਿਹੜੀ ਜ਼ਮੀਨ ਹੈ, ਜ਼ਮੀਨ ਦੀ ਕੀ ਖਾਸੀਅਤ ਹੈ ਔਰ ਕਿਹੜੀ ਜ਼ਮੀਨ ਕਿਹੜੀ ਫਸਲ ਲਈ ਚੰਗੀ ਹੈ, ਕਿਹੜੀ ਜ਼ਮੀਨ ਹੈ ਉਹਨੂੰ ਕਿੰਨਾ ਪਾਣੀ ਚਾਹੀਦਾ ਹੈ, ਇਹ ਸਾਰੀਆਂ ਗੱਲਾਂ ਜਿਹੜੀਆਂ ਹੈ, ਇਹ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਨਾਲ ਇਕੁਇਪਡ ਜਿਹੜੇ ਨੇ ਉਹ ਜਾਂ ਤੇ ਡਰੋਨ ਹੋਣਗੇ ਤੇ ਇਸ ਤਰ੍ਹਾਂ ਦੇ ਉਹ ਉਤੋਂ ਫਿਰ ਕੇ ਤੇ ਉਹ ਸਾਰੇ ਉਹਦਾ ਐਨਾਲਿਸਿਸ ਦੇ ਦੇਣਗੇ। ਮਤਲਬ ਇਹ ਜੀ ਹੈ ਡਾਕਟਰ ਸਾਹਿਬ। ਇਹਦਾ ਹੁਣ ਪਾਕਿਸਤਾਨ ਹਿੰਦੁਸਤਾਨ ਦੇ ਵਿੱਚ ਕਿਵੇਂ ਇਹਦਾ ਬੰਦੋਬਸਤ ਹੁੰਦਾ ਹੈ, ਇਹ ਤੇ ਬੜਾ ਔਖਾ ਹੈ ਕਿਉਂਕਿ ਉੱਥੇ ਉੱਥੇ ਮਾਲਕੀਆਂ ਬਹੁਤ ਛੋਟੀਆਂ ਛੋਟੀਆਂ ਨੇ ਐਗਰੀਕਲਚਰ 'ਚ। ਲੇਕਿਨ ਜੀ ਡਾਕਟਰ ਸਾਹਿਬ। ਅਮਰੀਕਾ ਦੇ ਵਿੱਚ ਤੇ ਜਿਹੜਾ ਬਹੁਤ ਛੋਟਾ ਜਿਹੜਾ ਹੈ ਜਿਹੜਾ ਫਾਰਮ ਹੁੰਦਾ ਹੈ ਉਹ ਵੀ 1000 2000 ਏਕੜ ਤੋਂ ਘੱਟ ਨਹੀਂ ਹੁੰਦਾ। ਤੇ ਜੀ ਹੁਣ ਅਮਰੀਕਾ ਦੇ ਵਿੱਚ ਜਿਹੜੀ ਮੇਰਾ ਖਿਆਲ ਹੈ ਕਿ ਹੋਰ ਮੁਲਕਾਂ 'ਚ ਵੀ ਹੋਵੇਗਾ ਯੂਰਪ ਦੇ ਵਿੱਚ, ਹੁਣ ਜਿਹੜਾ ਅਮਰੀਕਾ ਦੇ ਵਿੱਚ ਜਿਹੜੀ ਸਭ ਤੋਂ ਜ਼ਿਆਦਾ ਜਿਹੜਾ ਫਾਰਮ ਦੇ ਓਨਰਸ ਨੇ ਉਹ ਵੱਡੀਆਂ ਵੱਡੀਆਂ ਕਾਰਪੋਰੇਸ਼ਨਾਂ ਔਰ ਚੇਨਸ ਨੇ, ਜਿਵੇਂ ਸੇਫਵੇ ਹੈ, ਜਾਇੰਟ ਹੈ, ਇਸ ਤਰ੍ਹਾਂ ਦੀਆਂ 5 7 ਕਾਰਪੋਰੇਸ਼ਨਾਂ ਜਿਹੜੀਆਂ ਨੇ, ਜਿਹੜੀਆਂ ਜਿਨ੍ਹਾਂ ਦੇ ਜੀ ਸਟੋਰ ਨੇ, ਉਹੀ ਜੀ ਜੀ ਉਹੀ ਲੈਂਡ ਦੀ ਓਨਰਸ਼ਿਪ ਹੈ ਤੇ ਉਹ ਬਹੁਤ ਵੱਡੇ ਪੈਮਾਨੇ ਤੇ ਆਲਰੇਡੀ ਇਹਨੂੰ ਪ੍ਰੈਕਟਿਸ ਕਰਦੇ ਨੇ। ਲੇਕਿਨ ਇਹ ਹੈ ਕਿ ਹੁਣ ਇਹਦੇ ਨਾਲ ਇੱਕ ਤੇ ਇਹ ਹੈ ਕਿ ਜ਼ਮੀਨ ਦੀ ਖਾਸੀਅਤ, ਕਿਹੜੇ ਬੀਜ ਚਾਹੀਦਾ ਉਹਦੇ ਲਈ, ਕਿਹੜੀ ਜ਼ਮੀਨ ਕਿਹੜੀ ਫਸਲ ਲਈ ਚੰਗੀ ਹੈ, ਇਹਦਾ ਤੁਹਾਨੂੰ ਪਹਿਲੇ ਪਤਾ ਲੱਗ ਜਾਏਗਾ। ਤੇ ਇਸ ਲਈ ਉਹ ਜਿਹੜੀ ਅਸੀਂ ਗਲਤੀ ਕਰਨੇ ਆ ਕਿ ਜਿੱਥੇ ਕਪਾਹ ਬੀਜਣੀ ਹੁੰਦੀ ਆ ਉੱਥੇ ਅਸੀਂ ਗੰਨਾ ਬੀਜ ਦਿੰਦੇ ਆ, ਜਾਂ ਜਿੱਥੇ ਗੰਨਾ ਬੀਜਣਾ ਹੁੰਦਾ ਉੱਥੇ ਅਸੀਂ ਕਣਕ ਬੀਜ ਦਿੰਦੇ ਆ, ਇਹ ਗਲਤੀਆਂ ਅਸੀਂ ਨਹੀਂ ਕਰਾਂਗੇ। ਦੂਜੀ ਜਿਹੜੀ ਮੈਨੂੰ ਸਭ ਤੋਂ ਇਹਦੇ 'ਚ ਅਟਰੈਕਟਿਵ ਗੱਲ ਲੱਗੀ ਹੈ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਐਗਰੀਕਲਚਰ ਦੇ ਵਿੱਚ ਐਪਲੀਕੇਸ਼ਨ ਦੀ, ਉਹ ਮੈਨੂੰ ਇਹ ਲੱਗੀ ਹੈ ਕਿ ਉਹ ਯਕ ਵਕਤ ਮੰਡੀ ਦਾ ਵੀ ਨਖੇੜਾ ਕਰੇਗੀ, ਯਾਨੀ ਉਹ ਮਾਰਕੀਟ ਦਾ ਵੀ ਜਿਹੜਾ ਹੈ ਉਹ ਐਨਾਲਿਸਿਸ ਕਰੇਗੀ ਕਿ ਮਾਰਕੀਟ ਦੇ ਵਿੱਚ ਇਹ ਜਿਹੜੀ ਜਿੰਸ ਤੁਸੀਂ ਪੈਦਾ ਕਰਨ ਜਾ ਰਹੇ ਹੋ ਇਹਦੀ ਖਪਤ ਕਿੰਨੀ ਹੈ ਔਰ ਕਿੰਨੀ ਨਹੀਂ ਹੈਗੀ। ਤੁਹਾਨੂੰ ਪਤਾ ਹੈ ਕਿ ਉਹਦੀ ਤੁਸੀਂ ਮਿਸਾਲ ਦੇਖੋ, ਤੁਸੀਂ ਹਰ ਸਾਲ ਤਕਰੀਬਨ ਹਰ ਦੂਸਰੇ ਚੌਥੇ ਸਾਲ ਦੇਖਦੇ ਹੋ ਕਿ ਆਲੂ ਜਿਹੜਾ ਹੈ ਉਹ 62 ਸਾਲਾਂ ਦੇ ਵਿੱਚ ਇੰਨਾ ਪੈਦਾ ਹੋ ਜਾਂਦਾ ਹੈ ਕਿ ਉਹ ਵਿਕਦਾ ਹੀ ਨਹੀਂ ਹੈ। ਉਹਦੀ ਕੀਮਤ ਜਿਹੜੀ ਹੈ ਉਹਦੇ ਵਿੱਚੋਂ ਉਹ ਸੁੱਟਣੇ ਪੈਂਦੇ ਨੇ ਔਰ ਉਹ ਜਿਹੜੀ ਲਾਗਤ ਆਈ ਹੁੰਦੀ ਹੈ ਉਹਦੇ ਉੱਤੇ ਆਲੂ ਉਗਾਉਣ ਦੇ ਉੱਤੇ ਉਹ ਵੀ ਪੂਰੀ ਨਹੀਂ ਹੁੰਦੀ। ਇਸੇ ਤਰ੍ਹਾਂ ਹੋਰ ਜੀ ਡਾਕਟਰ ਸਾਹਿਬ। ਇਸ ਤਰ੍ਹਾਂ ਹੋਰ ਵੀ ਐਸੀਆਂ ਫਸਲਾਂ ਨੇ ਜਿਨ੍ਹਾਂ ਦੇ ਵਿੱਚ ਜਿਹੜਾ ਬੀਜਣ ਵਾਲਾ ਹੈ ਉਹਦੀ ਕਾਸ਼ਤ ਨਹੀਂ ਪੂਰੀ ਹੁੰਦੀ ਤੇ ਉਹਨੂੰ ਪੱਲਿਓਂ ਪੈਸੇ ਪਾਉਣੇ ਪੈਂਦੇ ਨੇ ਉਸ ਫਸਲ ਦੇ ਵਿੱਚ। ਤੇ ਇਹ ਜਿਹੜਾ AI ਦਾ ਸਿਸਟਮ ਹੈ, ਜਿਹੜਾ ਘੜਵੀਂ ਮੱਤ ਦਾ ਸਿਸਟਮ ਹੈ, ਇਹ ਤੁਹਾਨੂੰ ਇਹ ਦੱਸੇਗਾ ਕਿ ਇਹਦੀ ਮਾਰਕੀਟ 'ਚ ਕੀ ਵੈਲਿਊ ਹੋਣੀ ਹੈ ਔਰ ਤੁਹਾਡੀ ਬਾਟਮ ਲਾਈਨ ਕੀ ਹੈਗੀ ਹੈ, ਮਤਲਬ ਕਿੱਥੇ ਤੁਸੀਂ ਸਾਵੇਂ ਹੋਣਾ ਤੇ ਕਿੱਥੇ ਤੁਹਾਨੂੰ ਮੁਨਾਫਾ ਮਿਲਣਾ ਹੈ। ਇਹ ਮੇਰਾ ਖਿਆਲ ਹੈ ਕਿ ਇਹ ਬਹੁਤ ਅਹ, ਇਹ ਬਹੁਤ ਮੁੱਢਲੀ ਜਿਹੜੀ ਬ੍ਰੇਕ ਥਰੂ ਹੋਏਗੀ ਉਹ ਇਹ ਹੋਏਗੀ, ਮਾਰਕੀਟ ਨੂੰ ਜ਼ਮੀਨ ਦੇ ਨਾਲ ਜੋੜਨਾ ਔਰ ਫਿਰ ਉਹ ਕਿਵੇਂ ਟਰਾਂਸਪੋਰਟੇਸ਼ਨ ਜਿਹੜੀ ਹੈ ਤੁਹਾਡੀ ਪੈਦਾਵਾਰ ਦੀ ਕਿਵੇਂ ਬਿਹਤਰ ਤੇ ਚੰਗੀ ਹੋ ਸਕਦੀ ਹੈ,
ਉਹ ਵੀ ਉਹ ਦੱਸੇਗੀ। ਅੱਛਾ, ਇੱਕ ਤੇ ਹੋ ਗਈ ਇਹ ਗੱਲ, ਲੇਕਿਨ ਇਹਦੇ 'ਚ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ, ਔਰ ਜਿਹੜੀ ਇਹ ਟੇਪ ਹੈ, ਔਰ ਜਿਹੜੀ ਮੈਂ ਇੱਕ ਦੂਸਰੀ ਟੇਪ ਵੀ ਤੁਹਾਨੂੰ ਭੇਜੀ ਹੈ, ਉਹ ਵੀ ਸੁਣ ਲਿਓ ਤੁਸੀਂ ਕਿ ਇਹਦੇ ਨੈਗੇਟਿਵ ਇੰਪੈਕਟਸ ਕੀ ਹੋਣਗੇ। ਮੇਰਾ ਖਿਆਲ ਹੈ ਕਿ ਇਹਦੇ ਵਿੱਚ ਇਹ ਸਾਰੇ ਜਿਹੜੇ ਜਿਹੜੇ ਆਪਣਾ ਐਨਾਲਿਸਿਸ ਕਰ ਰਹੇ ਨੇ ਨਾ ਆਉਣ ਵਾਲੇ ਜ਼ਮਾਨੇ ਦਾ, ਕਿ ਉਹਦੇ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਜਿਹੜੀ ਹੈ ਉਹ ਉਹਦਾ ਕੀ ਰੋਲ ਹੋਏਗਾ। ਤੇ ਮੇਰਾ ਖਿਆਲ ਹੈ ਕਿ ਇੱਕ ਜਿਹੜੀ ਉਹ ਗਲਤੀ ਕਰ ਰਹੇ ਨੇ ਉਹ ਇਹ ਹੈ ਕਿ ਮੁਆਸ਼ੀ ਨਿਜ਼ਾਮ ਜਿਹੜਾ ਹੈ, ਇਕਨੋਮਿਕ ਸਿਸਟਮ ਜਿਹੜਾ ਹੈ, ਉਹ ਉਹ ਜਿਹੜਾ ਹੈ ਉਹ ਕੈਪੀਟਲਿਸਟ ਹੀ ਰਹੇਗਾ। ਮਤਲਬ ਉਹਨਾਂ ਦਾ ਖਿਆਲ ਇਹ ਹੈ, ਜਾਂ ਸਭ ਦਾ ਬਹੁਤਿਆਂ ਦਾ ਲੋਕਾਂ ਦਾ ਖਿਆਲ ਇਹ ਹੈ ਕਿ ਕੈਪੀਟਲਿਸਟ ਸਿਸਟਮ ਜਿਹੜਾ ਹੈ ਇਹ ਹੁਣ ਹਮੇਸ਼ਾ ਲਈ ਰਹਿਣਾ ਹੈ। ਜਾਂ ਇਹ ਸਮਝ ਲਓ ਇਸ ਗੱਲ ਨੂੰ ਕਿ ਪ੍ਰਾਪਰਟੀ ਓਨਰਸ਼ਿਪ ਔਰ ਜਿਹੜੀ ਪ੍ਰਾਪਰਟੀ ਨੂੰ ਵਧਾਉਣ ਦੀ ਜਿਹੜੀ ਜਿਹੜੀ ਚੱਸ ਹੈਗੀ ਹੈ, ਜਿਹੜਾ ਜਿਹੜਾ ਆਪਣਾ ਸਾਨੂੰ ਆਦਤ ਹੈ, अर्ज कह लो डॉक्टर साहब, अर्ज कह लो जी, या ख्वाहिश कह लीजिए सर, ਉਹ ਬੰਦੇ ਦੀ ਜਮਾਂਦਰੂ ਹੈ ਔਰ ਉਹ ਕਦੀ ਮੁੱਕ ਨਹੀਂ ਸਕਦੀ। ਇਹ ਵੀ ਅਸੀਂ ਫਰਜ਼ ਕਰ ਲਿਆ ਹੈ। ਇਸੇ ਲਈ ਜਦੋਂ ਉਹ ਐਨਾਲਿਸਿਸ ਕਰਦੇ ਨੇ ਤੇ ਉਹਨਾਂ ਨੂੰ ਨਾਲ ਇਹ ਝੂਠਾ ਸੱਚਾ ਝੂਠੀ ਸੱਚੀ ਗੱਲ ਕਰਨੀ ਪੈਂਦੀ ਹੈ ਕਿ ਜਿਹੜੀ ਆਪਣਾ ਘੜਵੀਂ ਮੱਤ ਨਾਲ ਜਿਹੜੀਆਂ ਨੌਕਰੀਆਂ ਮੁੱਕਣਗੀਆਂ, ਉਹ ਓਨੀਆਂ ਹੀ ਨੌਕਰੀਆਂ ਪੈਦਾ ਹੋ ਜਾਣਗੀਆਂ। ਯਾਨੀ ਮਤਲਬ ਇਹ ਹੈ ਕਿ ਮਤਲਬ ਇਹ ਹੈ ਕਿ ਬੰਦੇ ਹਮੇਸ਼ਾ ਬੰਦਿਆਂ ਦੀ ਐਕਸਪਲੋਇਟੇਸ਼ਨ ਜਾਂ ਬੰਦੇ ਦੀ ਜਿਹੜੀ ਮਿਹਨਤ ਹੈ ਉਹਦੇ ਤੋਂ ਜਿਹੜੇ ਅਮੀਰ ਲੋਕ ਨੇ ਜਾਂ ਜਿਹੜੇ ਮੀਨਸ ਆਫ ਪ੍ਰੋਡਕਸ਼ਨ ਦੇ ਓਨਰਸ ਨੇ ਉਹ ਹਮੇਸ਼ਾ ਹੀ ਇੰਜੀ ਫਾਇਦਾ ਲੈਂਦੇ ਰਹਿਣਗੇ ਜਿਵੇਂ ਹੈ। ਅੱਛਾ, ਹੁਣ ਇਹਦੇ 'ਚ ਜਿਹੜਾ ਮੇਰਾ ਆਪਣਾ ਇਹ ਖਿਆਲ ਹੈ ਕਿ ਇੱਕ ਤੇ ਜਿਹੜੀ ਇਹ ਪ੍ਰਾਪਰਟੀ ਦੀ ਭੁੱਖ ਹੈ ਔਰ ਪ੍ਰਾਪਰਟੀ ਦੀ ਜਿਹੜੀ ਵਧਾਉਣ ਦੀ ਅਰਜ਼ ਹੈ, ਇਹ ਕੋਈ ਇਨਸਾਨਾਂ ਦੀ ਬੇਸਿਕ ਇਨਸਟਿੰਕਟ ਨਹੀਂ ਹੈਗੀ। ਕਿਉਂਕਿ ਜਦੋਂ ਇਨਸਾਨ ਇਨਸਟਿੰਕਟ ਦੇ ਲੈਵਲ ਤੇ ਰਹਿੰਦਾ ਸੀ, ਟੋਟਲੀ ਇਨਸਟਿੰਕਟ ਦੇ ਲੈਵਲ ਤੇ ਰਹਿੰਦਾ ਸੀ, ਜਦੋਂ ਅਜੇ ਐਗਰੀਕਲਚਰ ਜਿਹੜਾ ਹੈ ਉਹ ਸ਼ੁਰੂ ਹੋ ਕੇ ਅੱਗੇ ਨਹੀਂ ਸੀ ਵਧਿਆ, ਤੇ ਉਦੋਂ ਕੋਈ ਪ੍ਰਾਪਰਟੀ ਦਾ ਕਾਨਸੈਪਟ ਨਹੀਂ ਸੀ ਹੈਗਾ ਲੋਕਾਂ ਵਿੱਚ। ਫਿਰ ਦੇਖੋ ਉਸ ਤੋਂ ਬਾਅਦ ਜਿਹੜਾ ਪ੍ਰਾਪਰਟੀ ਦਾ ਕਾਨਸੈਪਟ ਜਿਹੜਾ ਮਰਜ ਕੀਤਾ ਟਰਾਈਬਲਿਜ਼ਮ ਦੇ ਦੌਰ ਦੇ ਵਿੱਚ, ਉਹ ਇਹ ਸੀ ਕਿ ਪੂਰਾ ਟਰਾਈਬ ਜਿਹੜਾ ਹੈ ਉਹ ਇੱਕ ਪ੍ਰਾਪਰਟੀ ਨੂੰ ਓਨ ਕਰਦਾ ਹੈ। ਮਤਲਬ ਕੋਈ 60, 100, 200, 400 ਬੰਦੇ ਜਿਹੜੇ ਨੇ ਉਹ ਇੱਕ ਟੁਕੜਾ ਜ਼ਮੀਨ ਦਾ ਜਿਹੜਾ ਉਹਨੂੰ ਓਨ ਕਰਦੇ ਨੇ, ਉਹ ਤੇ ਹਲ ਵਾਹੁੰਦੇ ਨੇ ਤੇ ਵੰਡ ਲੈਂਦੇ ਨੇ। ਇਹ ਜਿਹੜੀ ਜ਼ਾਤੀ ਮਲਕੀਅਤ ਦਾ ਕਾਨਸੈਪਟ ਹੈ ਇਹ ਬਹੁਤ ਬਾਅਦ 'ਚ ਆਇਆ ਹੈ। ਸੋ ਮੈਂ ਇਹ ਕਹਿ ਰਿਹਾ ਹਾਂ ਕਿ ਇਹ ਕੋਈ ਜਿਹੜੀ ਇਨਸਟਿੰਕਟ ਹੈ ਇਹ ਨੇਚਰ ਤੋਂ ਨਹੀਂ ਆਈ, ਜਿਹੜੀ ਪ੍ਰਾਈਵੇਟ ਪ੍ਰਾਪਰਟੀ ਦੀ, ਇਹ ਅਸਲ ਦੇ ਵਿੱਚ ਬੰਦਿਆਂ ਦੇ ਸਮਾਜ ਦੀ ਇਰਤਕਾ ਦੇ ਵਿੱਚ ਪੈਦਾ ਹੋਈ ਹੈ। ਔਰ ਜਿਹੜੀ ਚੀਜ਼ ਸਮਾਜ ਦੇ ਇਰਤਕਾ ਵਿੱਚ ਜਿਹੜੀ ਚੀਜ਼ ਪੈਦਾ ਹੋਈ ਹੈ ਉਹ ਸਮਾਜੀ ਇਰਤਕਾ ਦੇ ਵਿੱਚ ਖਤਮ ਵੀ ਹੋ ਸਕਦੀ ਹੈ। ਦੇਖੋ ਨਾ, ਦੀ ਗੱਲ ਇਹ ਹੈਗੀ ਹੈ ਕਿ ਮਸਲਨ ਬੰਦਾ ਜਿਹੜਾ ਹੈ ਉਹਦੀ ਜਿਹੜੇ ਫਿਜ਼ੀਕਲ ਫੀਚਰਸ ਨੇ, ਮਸਲਨ ਉਹਦੇ ਅੰਦਰ ਖੂਨ ਹੋਣਾ ਚਾਹੀਦਾ ਹੈ, ਖੂਨ ਵਗਦਾ ਰਹਿਣਾ ਚਾਹੀਦਾ, ਫਲੋ ਹੋਣਾ ਚਾਹੀਦਾ ਹੈ, ਜਾਂ ਇਹ ਹੈ ਕਿ ਬੰਦੇ ਨੂੰ ਸਾਹ ਲੈਣ ਲਈ ਹਵਾ ਚਾਹੀਦੀ ਹੈ। ਇਹ ਚੀਜ਼ਾਂ ਤੇ ਜਿਹੜੀਆਂ ਨੇ ਇਹ ਤਾਂ ਸਮਝ ਲਓ ਤਕਰੀਬਨ ਇਟਰਨਲ ਨੇ, ਇਹਨਾਂ ਨੂੰ ਤਾਂ ਸ਼ਾਇਦ ਇਹਨਾਂ ਨੂੰ ਤਾਂ ਬਦਲਿਆ ਨਹੀਂ ਜਾ ਸਕਦਾ। ਲੇਕਿਨ ਜਿਹੜੀਆਂ ਚੀਜ਼ਾਂ ਸੁਸਾਇਟੀ ਦੇ ਸਮਾਜ ਦੇ ਇਰਤਕਾ ਦੇ ਵਿੱਚ ਪੈਦਾ ਹੋਈਆਂ ਨੇ, ਜਿਹੜੀਆਂ ਵੀ ਚੀਜ਼ਾਂ ਪੈਦਾ ਹੋਈਆਂ ਨੇ ਉਹ ਮੁੱਕ ਵੀ ਸਕਦੀਆਂ ਨੇ। ਮਤਲਬ ਜਿਹੜਾ ਜੰਮਿਆ ਉਹਨੇ ਉਹ ਮਰੇਗਾ ਵੀ। ਅੱਛਾ, ਇੱਕ ਗੱਲ।
ਦੂਜੀ ਗੱਲ ਇਹ ਹੈ ਕਿ ਕਈ ਹਜ਼ਾਰ ਸਾਲ ਸਾਡੇ ਇਸ ਸਰਮਾਇਆਦਾਰੀ ਨਿਜ਼ਾਮ ਤੋਂ ਪਹਿਲੇ ਕੋਈ 2-2.5 ਹਜ਼ਾਰ ਸਾਲ ਜਿਹੜਾ ਹੈ ਉਹ ਫਿਊਡਲਿਜ਼ਮ ਰਿਹਾ ਹੈ, ਫਿਊਡਲਿਜ਼ਮ ਦਾ ਪੀਰੀਅਡ ਰਿਹਾ ਹੈ। ਅੱਛਾ ਹੁਣ ਤੁਸੀਂ ਮੈਨੂੰ ਇਹ ਦੱਸੋ, ਇਹ ਸੋਚੋ ਜ਼ਰਾ ਇਸ ਤੇ ਕਿ ਅਗਰ ਇੱਕ ਨਿਜ਼ਾਮ 2-2.5 ਹਜ਼ਾਰ ਸਾਲ ਰਿਹਾ ਤੇ ਉਹਦੇ ਵਿੱਚ ਰਹਿਣ ਵਾਲੇ ਲੋਕ ਕਿਆ ਇਹ ਸੋਚ ਸਕਦੇ ਸੀ ਕਿ ਇਹ ਮੁੱਕੇਗਾ? ਸੋਚ ਹੀ ਨਹੀਂ ਸੀ ਸਕਦੇ, ਕਿਉਂਕਿ ਜੀ ਬਿਲਕੁਲ ਸਹੀ ਕਹਿ ਰਹੇ ਹੋ ਡਾਕਟਰ ਸਾਹਿਬ। ਹਾਂ, ਕਿਉਂਕਿ ਦਾਦੇ ਪੜਦਾਦੇ ਚੜਦਾਦੇ ਸਾਰਿਆਂ ਤੋਂ ਉਹ ਹੁੰਦਾ ਆਇਆ ਤੇ ਉਹ ਇਹੋ ਹੀ ਹੋਣਾ। ਲੇਕਿਨ ਤੁਸੀਂ ਵੇਖਿਆ ਕਿ ਜਦੋਂ ਮੈਥਡਸ ਆਫ ਪ੍ਰੋਡਕਸ਼ਨ ਬਦਲੇ, ਯਾਨੀ ਜਦੋਂ ਮਸ਼ੀਨ ਆ ਗਈ ਔਰ ਜਦੋਂ ਕਮਰਸ਼ੀਅਲ ਐਕਟੀਵਿਟੀ ਵੱਧ ਗਈ ਤੇ ਉਹਦੇ ਨਾਲ ਫਿਊਡਲਿਜ਼ਮ ਜਿਹੜਾ ਹੈ ਉਹ ਹਮੇਸ਼ਾ ਲਈ ਖਤਮ ਹੋ ਗਿਆ ਉਹਨਾਂ ਮੁਲਕਾਂ ਦੇ ਵਿੱਚ, ਜਿਨ੍ਹਾਂ ਮੁਲਕਾਂ ਯੂਰਪ ਚ ਔਰ ਜਿਹੜੇ ਹੁਣ ਇੰਡਸਟਰੀ ਦੇ ਵਿੱਚ ਲੀਡਿੰਗ ਕੰਟਰੀਜ਼ ਨੇ ਉਹਨਾਂ ਚੋਂ ਫਿਊਡਲਿਜ਼ਮ ਖਤਮ ਹੋ ਗਿਆ। ਅੱਛਾ ਹੁਣ ਮੈਂ ਕਹਿੰਦਾ ਕਿ ਜੇ ਫਿਊਡਲਿਜ਼ਮ ਖਤਮ ਹੋ ਗਿਆ ਤੇ ਅਸੀਂ ਕਿਹੜੇ ਤਾਰੀਖੀ ਸਬਕ ਦੇ ਉੱਤੇ ਇਹ ਕਹਿ ਸਕਦੇ ਹਾਂ ਕਿ ਸਰਮਾਇਆਦਾਰੀ ਖਤਮ ਨਹੀਂ ਹੋਏਗਾ? ਮੈਨੂੰ ਤੇ ਇਹ ਲੱਗਦਾ ਹੈ ਕਿ ਸਰਮਾਇਆਦਾਰੀ ਵੀ ਫਿਊਡਲਿਜ਼ਮ ਦੀ ਤਰ੍ਹਾਂ ਖਤਮ ਹੋ ਸਕਦਾ ਹੈ। ਸੋ ਮੈਂ ਕਹਿ ਇਹ ਰਿਹਾ ਹੈ ਕਿ ਜਿਹੜੀ ਤਾਰੀਖੀ ਇਰਤਕਾ ਹੈ, ਅਗਰ ਉਹਦੇ ਅਸੂਲਾਂ ਨੂੰ ਵੇਖਿਆ ਜਾਵੇ ਤੇ ਉਹ ਚੀਜ਼ ਜਿਹੜੀ ਸੁਸਾਇਟੀ ਦੇ ਐਵੋਲੂਸ਼ਨ ਦੇ ਵਿੱਚ ਪੈਦਾ ਹੋਈ ਹੈ ਉਹ ਸੁਸਾਇਟੀ ਦੇ ਐਵੋਲੂਸ਼ਨ ਵਿੱਚ ਹੀ ਖਤਮ ਹੋ ਜਾਏਗੀ। ਮਸਲਨ ਜਿਹੜੀ ਪਹਿਲੀ ਫਾਰਮ ਸੁਸਾਇਟੀ ਦੇ ਵਿੱਚ ਆਈ ਉਹ ਇਹ ਕਿ ਬੰਦਿਆਂ ਨੂੰ ਗੁਲਾਮ ਬਣਾ ਦਿੱਤਾ ਗਿਆ। ਇੰਨੀ ਗੁਲਾਮੀ ਹਰ ਦੁਨੀਆ ਦੇ ਖਿੱਤੇ ਦੇ ਵਿੱਚ ਆਮ ਸੀਗੀ। ਅੱਛਾ ਹੁਣ ਗੁਲਾਮੀ ਔਰ ਗੁਲਾਮ ਔਰ ਗੁਲਾਮਾਂ ਦੇ ਮਾਲਕਾਂ ਦਾ ਜਿਹੜਾ ਤਲਕ ਸੀ, ਉਸ ਵੇਲੇ ਸ਼ਾਇਦ ਉਹ ਸੋਚਦੇ ਸਨ ਕਿ ਇਹ ਹਮੇਸ਼ਾ ਹੀ ਇੰਝ ਰਹੇਗਾ, ਕਿਉਂਕਿ ਅਗਰ ਤੁਸੀਂ ਅਰਸਤੂ ਨੂੰ ਜਾਂ ਪਲੈਟੋ ਨੂੰ ਪੜ੍ਹੋ ਤੇ ਉਹ ਕਹਿੰਦੇ ਨੇ ਜੀ ਇਨਸਾਨ ਨੂੰ ਜਿਹੜਾ ਹੈਗਾ ਉਹ ਗੁਲਾਮ ਰੱਖਣ ਦਾ ਹੱਕ ਹੋਣਾ ਚਾਹੀਦਾ, ਤੇ ਉਹ ਇਹਨੂੰ ਸਮਝ ਰਹੇ ਸਨ ਕਿ ਇਹ ਪਰਮਾਨੈਂਟ ਫੀਚਰ ਹੈਗਾ ਸੋਸਾਇਟੀ ਦਾ। ਲੇਕਿਨ ਇਹ ਹੈ ਕਿ ਉਹ ਮੁੱਕ ਗਿਆ। ਅੱਛਾ ਫਿਰ ਉਸ ਤੋਂ ਬਾਅਦ ਤੁਸੀਂ ਦੇਖੋ ਕਿ ਜਿਹੜਾ ਫਿਊਡਲ ਦਾ ਔਰ ਵਾਕ ਦਾ ਆਪਸ 'ਚ ਤਾਲੁਕ ਸੀਗਾ ਯੂਰਪ ਦੇ ਵਿੱਚ ਔਰ ਬਾਕੀ ਮੁਲਕਾਂ 'ਚ, ਜਾਗੀਰਦਾਰਾਂ ਦਾ ਔਰ ਵਡੇਰੇ ਦੱਸ ਮਜ਼ਦੂਰਾਂ ਦਾ, ਉਹ ਤਾਲੁਕ ਜਿਹੜਾ ਸੀ ਉਹ ਵੀ ਕਈ ਹਜ਼ਾਰ ਸਾਲ ਰਿਹਾ ਤੇ ਇਹ ਵੀ ਉਦੋਂ ਇਹ ਵੀ ਲੱਗਦਾ ਸੀਗਾ ਕਿ ਇਹ ਹਮੇਸ਼ਾ ਹੀ ਰਹਿਣਾ ਹੈ। ਅੱਛਾ ਹੁਣ ਜਿਹੜੀ ਸਰਮਾਇਆਦਾਰੀ ਦੀ ਜਿਹੜੀ ਤਰਤੀਬ ਹੈਗੀ ਹੈ, ਉਹ ਅਗਰ ਉਹਨੂੰ ਵੇਖੋ ਤੇ ਉਹਦੇ ਵਿੱਚ ਇਹ ਹੁਣ ਲੱਗਦਾ ਹੈ ਲੋਕਾਂ ਨੂੰ, ਖਾਸ ਤੌਰ ਤੇ ਮਿਡਲ ਕਲਾਸ ਔਰ ਅਪਰ ਕਲਾਸ ਦੇ ਲੋਕਾਂ ਨੂੰ, ਕਿ ਇਹ ਹਮੇਸ਼ਾ ਇੰਝ ਹੀ ਰਹਿਣਾ ਹੈ। ਜਿਵੇਂ ਪ੍ਰਾਈਵੇਟ ਪ੍ਰਾਪਰਟੀ ਓਨਰਸ਼ਿਪ ਦਾ ਇੰਸਟੀਟਿਊਸ਼ਨ ਔਰ ਮੁਨਾਫਾਖੋਰੀ ਜਿਹੜੀ ਹੈ, ਪ੍ਰੋਫਿਟ ਸੀਕਿੰਗ ਜਿਹੜੀ ਹੈ, ਉਹ ਹੀ ਬੇਸਿਕ ਫਿਊਲ ਨੇ ਇੰਜਨ ਸੁਸਾਇਟੀ ਦੇ ਇੰਜਨ ਦੀ ਕਾਰਕਰਦਗੀ ਦਾ। ਅੱਛਾ ਹੁਣ ਮੈਂ ਫੇਰ ਵਾਪਸ ਜਾਣਾ ਕਿ ਅਸੀਂ ਦੇਖਦੇ ਹਾਂ ਕਿ ਤਬਦੀਲੀ ਜਿਹੜੀ ਹੈ ਉਹ ਕਿਵੇਂ ਕਿਵੇਂ ਆਈ ਹੈ। ਹੁਣ ਤੁਸੀਂ ਇਸ ਟਾਈਮ ਲਾਈਨ ਨੂੰ ਦੇਖੋ ਕਿ ਜਿਹੜੀ ਸਭ ਤੋਂ ਪਹਿਲੇ ਜਿਹੜੀ ਸੁਸਾਇਟੀ ਜਦੋਂ ਆਪਣਾ ਟ੍ਰਾਈਬਲਿਜ਼ਮ ਮੁੱਕੀ ਤੇ ਉਦੋਂ ਗੁਲਾਮਾਂ ਦਾ ਨਿਜ਼ਾਮ ਸ਼ੁਰੂ ਹੋਇਆ। ਯਾਨੀ ਉਹਦੇ ਵਿੱਚ ਤੁਸੀਂ ਇਹ ਦੇਖੋ ਕਿ ਜਿਹੜਾ ਮਾਲਕ ਹੈ ਗੁਲਾਮਾਂ ਦਾ, ਉਹ ਉਹਨਾਂ ਦੇ 100% ਜਿਸਮ, ਵਕਤ ਔਰ ਉਹਨਾਂ ਦੀ ਹਰ ਚੀਜ਼ ਦਾ ਮਾਲਕ ਹੈ। ਠੀਕ। ਅੱਛਾ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਫਿਊਡਲ ਆ ਗਏ ਤੇ ਫਿਊਡਲ ਜਿਹੜਾ ਹੈ ਉਹ ਫਿਊਡਲਿਜ਼ਮ ਦੇ ਵਿੱਚ ਤੁਸੀਂ ਦੇਖੋ ਕਿ ਜਿਹੜਾ ਸਰਫ ਹੈ, ਜਿਹੜਾ ਕਾਮਾ ਹੈ,
ਉਹਦਾ ਔਰ ਫਿਊਡਲ ਦਾ ਤਾਲੁਕ ਉਹ ਨਹੀਂ ਸੀ ਜਿਹੜਾ ਗੁਲਾਮ ਦਾ ਔਰ ਗੁਲਾਮ ਦੇ ਮਾਲਕ ਦਾ ਸੀ। ਮਤਲਬ ਸਰਫ ਨੂੰ ਹੁਣ ਗੁਲਾਮ ਤੋਂ ਜ਼ਿਆਦਾ ਆਜ਼ਾਦੀ ਹੈ, ਯਾਨੀ ਉਹਦੇ ਜੁੱਸੇ ਨੂੰ ਹੁਣ ਪਹਿਲੇ ਤੋਂ ਘੱਟ ਵਰਤਿਆ ਜਾ ਰਿਹਾ ਹੈ। ਅਗਰ ਉਹ ਪਹਿਲੇ 100 ਸੀ ਤੇ ਸਮਝੋ ਹੁਣ ਉਹ 50 ਹੋ ਗਿਆ। ਅੱਛਾ, ਫਿਰ ਜਦੋਂ ਸਰਮਾਇਦਾਰੀ ਨਿਜ਼ਾਮ ਆਇਆ ਤੇ ਉਹਦੇ ਵਿੱਚ ਮਜ਼ਦੂਰ ਜਿਹੜਾ ਹੈ ਉਹ ਪਾਬੰਦ ਨਹੀਂ ਹੈ ਸਰਮਾਇਆਦਾਰ ਦਾ ਉਸ ਤਰੀਕੇ ਦੇ ਨਾਲ, ਜਿਸ ਤਰੀਕੇ ਦੇ ਨਾਲ ਫਿਊਡਲ ਜਿਹੜਾ ਸਰਫ ਨਾਲ ਬੰਨਿਆ ਹੋਇਆ ਸੀ ਜਾਂ ਸਰਫ ਫਿਊਡਲ ਨਾਲ ਬੰਨਿਆ ਹੋਇਆ ਸੀ। ਹੁਣ ਮਜ਼ਦੂਰ ਜਿਹੜਾ ਹੈ ਉਹ ਆਪਣੀ ਮਰਜ਼ੀ ਦੇ ਨਾਲ ਜਿਹੜੀ ਹੈ ਉਹ ਵੇਚਦਾ ਹੈ ਆਪਣੀ ਮਖਸੂਸ ਟਾਈਮ ਨੂੰ ਦੀ ਲੇਬਰ ਨੂੰ, ਜਿਹਨੂੰ ਤੁਸੀਂ ਕਹਿ ਸਕਦੇ ਹੋ ਕਿ ਉਹ ਆਪਣਾ 8 ਘੰਟੇ ਜਾਂ 10 ਘੰਟੇ ਦਿਨ ਦੇ ਉਹ ਕਿਸੇ ਨੂੰ ਵੇਚਦਾ ਤੇ ਉਹਦੀ ਵੇਜਸ ਲੈ ਕੇ ਤੇ ਉਹ ਗੁਜ਼ਾਰਾ ਕਰਦਾ ਹੈ, ਤੇ ਬਾਕੀ 8-10 ਘੰਟਿਆਂ ਨੂੰ ਛੱਡ ਕੇ ਉਹ ਜੋ ਵੀ ਕਰਦਾ ਹੈ ਉਹ ਉਹਦੇ ਮਾਲਕਾਂ ਨੂੰ ਉਹਦੇ ਨਾਲ ਕੋਈ ਕੰਸਰਨ ਨਹੀਂ ਹੈਗਾ। ਸਰਮਾਇਆਦਾਰ ਨੂੰ ਇਹਦੇ ਨਾਲ ਕੋਈ ਕੰਸਰਨ ਨਹੀਂ ਹੈਗਾ ਕਿ ਤੁਸੀਂ 10 ਘੰਟੇ ਦੀ ਜਾਂ 8 ਘੰਟੇ ਦੀ ਸ਼ਿਫਟ ਲਾ ਕੇ ਤੇ ਉਹ ਕਿੱਥੇ ਗਏ ਹੋ ਤੇ ਕੀ ਕੀਤਾ, ਤੇ ਤੁਸੀਂ ਕੋਈ ਚੰਗਾ ਕੰਮ ਕੀਤਾ ਕਿ ਭੈੜਾ ਕੀਤਾ, ਉਹਨੂੰ ਇਸ ਗੱਲ ਨਾਲ ਕੋਈ ਗਰਜ਼ ਨਹੀਂ। ਲੇਕਿਨ ਸਰਫ ਤੇ ਜਾਗੀਰਦਾਰ ਦੇ ਵਿੱਚ ਜਿਹੜਾ ਤਲਕ ਸੀ ਉਹਦੇ ਵਿੱਚ ਉਹ ਉਹਦੇ ਫ੍ਰੀ ਟਾਈਮ ਨੂੰ ਵੀ ਇਫੈਕਟ ਕਰਦਾ ਸੀ। ਅੱਛਾ, ਇਹ ਦੋ ਗੱਲਾਂ ਹੋ ਗਈਆਂ। ਹੁਣ ਤੀਸਰੀ ਇੱਕ ਹੋਰ ਡਾਇਮੈਂਸ਼ਨ ਦੇ ਨਾਲ ਦੇਖੋ ਕਿ ਜਿਹੜੀਆਂ ਤਬਦੀਲੀਆਂ ਨੇ ਆਈਆਂ ਮੁxtਲਿਫ ਸਟੇਜਸ ਦੇ ਉੱਤੇ ਸੁਸਾਇਟੀ ਨੂੰ ਬਦਲਣ ਵਾਲੀਆਂ, ਉਹ ਬੇਸਿਕਲੀ ਜਿਹੜੇ ਮੈਥਡਸ ਆਫ ਪ੍ਰੋਡਕਸ਼ਨ ਨੇ, ਪੈਦਾਵਾਰੀ ਔਜ਼ਾਰ ਔਰ ਪੈਦਾਵਾਰੀ ਜ਼ਰੀਏ ਜਿਹੜੇ ਨੇ, ਮੈਂ ਤੇ ਸਭ ਤੋਂ ਜ਼ਿਆਦਾ ਜ਼ੋਰ ਪੈਦਾਵਾਰੀ ਔਜ਼ਾਰ ਤੇ ਦਿੰਦਾ ਹੈ, ਕਿਉਂਕਿ ਮੇਰੇ ਖਿਆਲ ਜਿਹੜੇ ਪੈਦਾਵਾਰੀ ਔਜ਼ਾਰ ਨੇ ਉਹੀ ਤੈਅ ਕਰਦੇ ਨੇ ਪੈਦਾਵਾਰੀ ਤਲਕ ਨੂੰ। ਅੱਛਾ, ਹੁਣ ਜਿਹੜੀ ਆਪਣਾ ਫਿਊਡਲਿਜ਼ਮ ਤੋਂ ਜਿਹੜੀ ਸਰਮਾਇਆਦਾਰੀ ਨਿਜ਼ਾਮ ਆਇਆ ਹੈ ਉਹਦੀ ਵਜ੍ਹਾ ਇਹ ਹੈ ਕਿ ਜਿਹੜੀ ਪ੍ਰੋਡਕਸ਼ਨ ਹੈ ਉਹ ਮਸ਼ੀਨ ਨੇ ਸ਼ੁਰੂ ਕਰ ਦਿੱਤੀ ਔਰ ਉਹ ਮੈਨੂਅਲ ਲੇਬਰ ਨਾਲ ਨਹੀਂ ਹੋ ਰਹੀ, ਉਹ ਮਸ਼ੀਨ ਨੇ ਸ਼ੁਰੂ ਕਰ ਦਿੱਤੀ ਹੈ। ਤੇ ਲਿਹਾਜ਼ਾ ਜੇ ਇਹਨਾਂ ਸਾਰੀਆਂ ਨੂੰ ਇਕੱਠਿਆਂ ਕਰਕੇ ਤੁਸੀਂ ਜਿੰਨੇ ਮੈਂ ਡਾਇਮੈਂਸ਼ਨਸ ਤੁਹਾਡੇ ਸਾਹਮਣੇ ਪੇਸ਼ ਕੀਤੇ ਨੇ, ਅਗਰ ਇਹਨਾਂ ਸਾਰਿਆਂ ਨੂੰ ਇੱਕ ਥਾਂ ਕਰਕੇ ਦੇਖੋ ਤੇ ਇਹ ਨਤੀਜਾ ਨਿਕਲਦਾ ਹੈ ਕਿ ਜਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਸ ਜਿਹੜੀ ਹੈ, ਜਦੋਂ ਉਹਨੇ 100% ਬੰਦੇ ਜਿਹੜੇ ਨੇ ਜਾਂ ਆਲਮੋਸਟ 100% ਸਮਝ ਲਓ, 98% ਸਮਝ ਲਓ, ਉਹਨਾਂ ਦੀ ਪੈਦਾਵਾਰ ਲਈ ਉਹਨਾਂ ਦੀ ਜਿਸਮਾਨੀ ਮਿਹਨਤ ਦੀ ਜ਼ਰੂਰਤ ਨਹੀਂ ਹੈ। ਮਤਲਬ ਇਹ ਮਸ਼ੀਨ ਤੋਂ ਵੀ ਅਗਲੀ ਗੱਲ ਹੈ। ਮਸ਼ੀਨ ਨੇ ਤੇ ਉਹ ਜਿਹੜਾ ਬੰਦੇ ਨੂੰ 16 ਘੰਟੇ ਦੀ ਛੁੱਟੀ ਦਿੱਤੀ ਸੀ, ਤੇ ਜਿਹੜੀ ਘੜਵੀਂ ਮੱਤ ਹੈ, ਆਰਟੀਫਿਸ਼ੀਅਲ ਇੰਟੈਲੀਜੈਂਸ ਹੈ, ਉਹ ਬੰਦੇ ਨੂੰ 24 ਘੰਟੇ ਦੀ ਜਿਹੜੀ ਹੈ ਉਹ ਛੁੱਟੀ ਦੇ ਰਹੀ ਹੈ। ਉਸ ਤੋਂ ਬਗੈਰ ਸਾਰੇ ਕੰਮ ਹੋ ਰਹੇ ਨੇ ਔਰ ਹੋਣੇ ਨੇ, ਇਹ ਅਸੀਂ ਜਾਣਦੇ ਹਾਂ, ਇਹ ਆਲਰੇਡੀ ਫੋਰਕਾਸਟ ਹੋ ਚੁੱਕਿਆ ਹੈ। ਅੱਛਾ, ਇੱਥੇ ਇੱਕ ਹੋਰ ਸਵਾਲ ਹੈ, ਉਹ ਆਪਣਾ ਸੁਖਵਿੰਦਰ ਸਿੰਘ ਹੁਣੀ ਉਹਨੂੰ ਬਿਹਤਰ, ਕੱਲ ਵੀ ਹੋਈ ਸੀ ਗੱਲ ਇਸ ਮੌਜੂ ਤੇ ਕੱਲ ਵਾਲੀ ਕਲਾਸ ਦੇ ਵਿੱਚ, ਕਿ ਜਿਹੜਾ ਸਰਮਾਇਆਦਾਰ ਹੈ ਜਾਂ ਜਿਹੜਾ ਮੈਥਡਸ ਮੀਨਸ ਆਫ ਪ੍ਰੋਡਕਸ਼ਨ ਦਾ ਓਨਰ ਹੈ, ਉਹ ਕੋਈ ਚੀਜ਼ ਪੈਦਾ ਕਰਦਾ ਹੈ ਤੇ ਉਹ ਚੀਜ਼ ਜਿਹੜੀ ਹੈ ਉਹ ਐਕਸ ਨੰਬਰ ਆਫ ਆਵਰਸ ਦੇ ਵਿੱਚ ਪੈਦਾ ਹੁੰਦੀ ਹੈ, ਜਿਹਨੂੰ ਕਹਿੰਦੇ ਨੇ ਸੋਸ਼ਲੀ ਨੈਸੈਸਰੀ ਟਾਈਮ। ਜਿਸ ਚੀਜ਼ ਦੇ ਬਣਨ ਵਿੱਚ ਸੋਸ਼ਲੀ ਨੈਸੈਸਰੀ ਟਾਈਮ ਘੱਟ ਲੱਗਦਾ ਹੈ ਉਹ ਸਸਤੀ ਹੁੰਦੀ ਹੈ, ਤੇ ਜਿਹਦੇ ਵਿੱਚ ਵੱਧ ਲੱਗਦਾ ਹੈ ਉਹ
महंगी होंदी है, ठीक। अच्छा, लेकिन ਉਹਦੀ ਜਿਹੜੀ ਵੈਲਿਊ ਹੈ ਉਸ ਚੀਜ਼ ਦੀ, ਜਿਹੜੀ ਅਸਲੀ ਵੈਲਿਊ ਹੈ ਉਹਦੀ, ਉਹ ਇਹ ਹੈ ਕਿ ਉਹਦੇ ਉੱਤੇ ਕਿੰਨੀ ਲੇਬਰ ਖਰਚ ਹੋਈ ਤੇ ਉਹਦੇ ਮੁਕਾਬਲੇ ਦੇ ਵਿੱਚ ਉਹਨੂੰ ਕਹਿੰਦੇ ਨੇ ਅਸਲੀ ਵੈਲਿਊ, ਇਹਨੀ ਬੁਨਿਆਦੀ ਵੈਲਿਊ, ਇਹ ਜਿਹੜੀ ਕਿ ਜਿੰਨੇ ਘੰਟਿਆਂ 'ਚ ਹੋਈ। ਦੂਜੀ ਹੈਗੀ ਮਾਰਕੀਟ ਵੈਲਿਊ। ਮਾਰਕੀਟ ਵੈਲਿਊ ਜਿਹੜੀ ਹੈ ਉਹ ਤੇ ਡਿਮਾਂਡ ਔਰ ਸਪਲਾਈ ਦੇ ਨਾਲ ਵੱਧਦੀ ਘਟਦੀ ਰਹਿੰਦੀ ਹੈ, ਲੇਕਿਨ ਜਿਹੜੀ ਬੁਨਿਆਦੀ ਵੈਲਿਊ ਹੈ ਉਹ ਉਨੀ ਹੁੰਦੀ ਹੈ ਜਿੰਨੀ ਮੁਕਰਰ ਹੁੰਦੀ ਹੈ ਸੋਸਾਇਟੀ 'ਚ, ਜਿੰਨੀ ਕਿ ਚਾਹੀਦੀ ਹੈ। ਅੱਛਾ, ਹੁਣ ਤੁਸੀਂ ਮੈਨੂੰ ਇਹ ਦੱਸੋ ਤੇ ਜਿਹੜਾ ਸਰਮਾਇਆਦਾਰ ਹੈ ਉਹ ਜਿਹੜੀ ਪੈਦਾਵਾਰ ਕਰਦਾ ਹੈ ਔਰ ਜਿੰਨੀ ਉਹ ਤਨਖਾਹ ਦਿੰਦਾ ਹੈ, ਮਸਲਨ ਉਹਨੇ ਆਪਣਾ ਇੱਕ ਚੀਜ਼ ਉਹਨੇ 10 ਘੰਟਿਆਂ 'ਚ ਬਣਾਈ ਮਜ਼ਦੂਰ ਨੇ, ਅਸੀਂ ਸਿੱਧੀ ਜਿਹੀ ਮਿਸਾਲ ਬਣਾ ਦਿੰਦੇ ਹਾਂ, 10 ਘੰਟਿਆਂ 'ਚ ਉਹਨੇ ਬਣਾਈ ਤੇ ਸਰਮਾਇਆਦਾਰ ਨੇ ਉਹਨੂੰ $40 ਦੇ ਦਿੱਤੇ, $4 ਪਰ ਘੰਟੇ ਦੇ ਹਿਸਾਬ ਨਾਲ। ਅਗਰ ਉਹਨੇ $40 ਦੀ ਬਣਾਈ ਹੈ, ਸੌਰੀ, ਅਗਰ ਉਹਨੇ $40 ਉਹਦੀ ਕਾਸਟ ਆਈ ਹੈ ਮਜ਼ਦੂਰ ਦੀ ਜਾਂ ਮਜ਼ਦੂਰੀ ਦੀ, ਤੇ ਉਸ ਤੋਂ ਬਾਅਦ ਉਹ ਉਹਨੂੰ 60 ਦਾ ਜਾਂ 17 ਦਾ ਵੇਚੇਗਾ, ਤੇ ਇਹ ਜਿਹੜੀ ਪ੍ਰਾਈਸ ਹੈ ਜਿਹਦੇ ਤੇ ਉਹ ਵਿਕ ਰਹੀ ਹੈ ਔਰ ਜਿਹੜੀ ਉਹਦੀ ਲੇਬਰ ਕਾਸਟ ਹੈ ਉਹਦੇ ਦਰਮਿਆਨ ਜਿਹੜਾ ਫਰਕ ਹੈ ਉਹਨੂੰ ਅਸੀਂ ਸਰਪਲਸ ਵੈਲਿਊ ਕਹਿੰਦੇ ਹਾਂ। ਯਾਨੀ ਦੁਬਾਰਾ ਤੋਂ, ਯਾਨੀ ਮਤਲਬ ਇਹ ਹੋਇਆ ਕਿ ਇਨਸਾਨ ਆਪਣਾ ਸੋਸ਼ਲ ਨੈਸੈਸਰੀ ਟਾਈਮ ਦਿੰਦਾ ਹੈ ਓਨਰਸ ਨੂੰ, ਤੇ ਉਹਦੇ ਮੁਕਾਬਲੇ 'ਚ ਉਹ ਅਮੀਰ ਹੁੰਦਾ ਹੈ ਤੇ ਉਹਦਾ ਪੇਟ ਭਰਦਾ, ਇੰਝ ਸਮਝ ਲਓ। ਲੇਕਿਨ ਅਗਰ ਫਰਜ਼ ਕਰੋ ਸੋਸ਼ਲ ਨੈਸੈਸਰੀ ਟਾਈਮ ਜਿਹੜਾ ਇਨਸਾਨਾਂ ਦਾ ਹੈ ਉਹ ਪੈਦਾਵਾਰ ਵਿੱਚ ਜ਼ੀਰੋ ਹੋ ਜਾਏ, ਉਹਦੀ ਕੋਈ ਲੋੜ ਹੀ ਨਾ ਰਵੇ, ਤੇ ਫਿਰ ਜਿਹੜਾ ਸਰਪਲਸ ਵੈਲਿਊ ਸੀ, ਸਰਪਲਸ ਜਿਹੜੀ ਹੈ ਉਹਦਾ ਵੀ ਕੋਈ ਕਾਨਸੈਪਟ ਨਹੀਂ ਰਹਿੰਦਾ, ਫਿਰ ਉਹਦੇ ਪੈਰਾਮੀਟਰਸ ਹੀ ਹੋਰ ਹੋਣਗੇ। ਤੇ ਅਗਰ ਉਹਦੇ ਪੈਰਾਮੀਟਰਸ ਬਿਲਕੁਲ ਹੀ ਮੁਖਤਲਿਫ ਹੋਣਗੇ ਤੇ ਫਿਰ ਜਿਹੜਾ ਸਰਮਾਇਆਦਾਰੀ ਨਿਜ਼ਾਮ ਹੈ ਜਿਸ ਤਰ੍ਹਾਂ ਦਾ ਚੱਲ ਰਿਹਾ ਹੈ ਪਿਛਲੇ 600 ਸਾਲਾਂ ਤੋਂ 500 ਸਾਲਾਂ ਤੋਂ, ਇਹ ਵੀ ਨਹੀਂ ਰਹੇਗਾ। ਇਹਦੀ ਜਗ੍ਹਾ ਤੇ ਵੀ ਕੋਈ ਹੋਰ ਸੋਸ਼ਲ ਸਿਸਟਮ ਆਏਗਾ, ਯਾਨੀ ਜਿਹੜਾ ਸਰਮਾਇਆਦਾਰੀ ਤੋਂ ਅੱਗੇ ਦਾ ਕੋਈ ਸਿਸਟਮ ਹੋਏਗਾ, ਜਿਵੇਂ ਸਰਮਾਇਆਦਾਰੀ ਜਿਹੜੀ ਆ ਉਹ ਫਿਊਡਲਿਜ਼ਮ ਤੋਂ ਅੱਗੇ ਦਾ ਸਿਸਟਮ ਹੈ। ਇਸੇ ਤਰ੍ਹਾਂ ਜਿਹੜਾ ਨਿਜ਼ਾਮ ਉਹ ਟੋਟਲ ਨਿਜ਼ਾਮ ਬਦਲੇਗਾ, ਕਿਉਂਕਿ ਇਹ ਪਹਿਲੀ ਵਾਰੀ ਹੋ ਰਿਹਾ ਹੈ ਕਿ ਕਿਸੇ ਵੀ ਚੀਜ਼ ਨੂੰ ਪੈਦਾ ਕਰਨ ਲਈ ਇਨਸਾਨੀ ਜਿਸਮ ਨੂੰ ਐਕਸਪਲੋਇਟ ਕਰਨ ਦੀ ਲੋੜ ਨਹੀਂ ਹੈਗੀ। ਮਸ਼ੀਨਾਂ ਨੂੰ ਬਣਾ ਸਕਦੀਆਂ ਨੇ ਤੇ ਮਸ਼ੀਨਾਂ ਆਪ ਹੀ ਪੈਦਾ ਕਰ ਸਕਦੀਆਂ ਨੇ, ਤੇ ਇਨਸਾਨੀ ਜੁੱਸੇ ਨੂੰ ਐਕਸਪਲੋਇਟ ਕਰਨ ਦੀ ਲੋੜ ਨਹੀਂ ਹੈਗੀ। ਇਹ ਹਿਸਟਰੀ ਦੇ ਵਿੱਚ, ਯਾਨੀ ਤੁਸੀਂ ਪਿਛਲੀ ਘੱਟੋ ਘੱਟ ਜੇ ਤੁਸੀਂ ਹੜੱਪੇ ਸਿਵਲਾਈਜੇਸ਼ਨ ਨੂੰ ਦੇਖੋ ਤੇ ਕੋਈ 7000 ਸਾਲ ਦੀ ਜਿਹੜੀ ਹਿਸਟਰੀ ਹੈ ਉਹਦੇ ਵਿੱਚ ਪਹਿਲੀ ਵਾਰੀ ਇਹ ਹੋਵੇਗਾ ਕਿ ਬੰਦੇ ਦੇ ਜੁੱਸੇ ਤੋਂ ਇਹਨੂੰ ਯੂਜ਼ ਕੀਤੇ ਬਗੈਰ ਵੀ ਪੈਦਾਵਾਰ ਹੋ ਰਹੀ ਹੈ। ਤੇ ਇਹਦਾ ਮਤਲਬ ਇਹ ਹੈ ਕਿ ਜਿਹੜਾ ਇਹਨਾਂ 7000 ਸਾਲਾਂ ਦੇ ਵਿੱਚ ਜਿਹੜਾ ਪ੍ਰੋਡਕਸ਼ਨ ਸਿਸਟਮ ਸੀ ਉਹਦੀਆਂ ਸ਼ਕਲਾਂ ਮੁਖਤਲਿਫ ਸਨ, ਲੇਕਿਨ ਉਹ 'ਚ ਕਾਂਸਟੈਂਟ ਇਹ ਸੀ ਕਿ ਇਨਸਾਨੀ ਜੁੱਸਾ ਜਿਹੜਾ ਐਕਸਪਲੋਇਟ ਹੋਏਗਾ। ਇਹ ਹੁਣ ਅਗਰ ਐਕਸਪਲੋਇਟ ਨਹੀਂ ਹੁੰਦਾ ਤੇ ਫਿਰ ਉਹ ਨਿਜ਼ਾਮ, ਉਸ ਨਿਜ਼ਾਮ ਦੇ ਬਣਨ ਦੇ ਉਨਵਾਨ ਸਾਨੂੰ ਵੇਖਣੇ ਪੈਣਗੇ, ਜਿਹੜਾ ਅਨੁਮਾਨ ਕਿ ਜਿਹੜੀ ਜਿਸ ਤਰ੍ਹਾਂ ਦਾ ਨਿਜ਼ਾਮ ਕਿ ਪਿਛਲੇ 7000 ਸਾਲਾਂ 'ਚ ਨਹੀਂ ਆਇਆ। ਮੈਂ ਇੱਥੇ ਥੋੜਾ ਜਿਹਾ ਰੁਕਣਾ ਹੈ ਤੇ ਤੁਸੀਂ ਇਹਦੇ ਉੱਤੇ ਇਸ ਗੱਲ ਦੇ ਉੱਤੇ ਅਸੀਂ ਗੱਲ ਕਰ ਲਈਏ, ਇਹਨੂੰ ਸਾਫ਼ ਕਰ ਲਈਏ, ਫਿਰ ਅੱਗੇ ਚੱਲਦੇ ਹਾਂ। ਲੇਕਿਨ ਡਾਕਟਰ ਸਾਹਿਬ ਇਨ ਕੇਸ ਉਹ ਇਨਸਾਨ ਦੀ ਲੇਬਰ ਦੀ ਜਾਂ ਜਿਹਨੂੰ ਤੁਸੀਂ ਇਹ ਸੋਸ਼ਲ ਵੈਲਿਊ ਕਹਿ ਰਹੇ ਹੋ, ਸਰਪਲਸ ਵੈਲਿਊ ਕਹਿ ਰਹੇ ਹੋ, ਅਗਰ ਉਹਦੀ ਜ਼ਰੂਰਤ ਨਹੀਂ ਸਰ, ਤੇ ਫਿਰ ਉਹ
ਕੋਈ ਉਹਦੀ ਜ਼ਰੂਰਤ ਤਾਂ ਕੋਈ ਸੂਰਤ ਬਣੇਗੀ ਨਾ ਜੀ, ਪ੍ਰੋਡਕਸ਼ਨ ਲਾਈਨ ਦੇ ਵਿੱਚ ਕੋਈ ਉਹਦੀ ਵੀ ਕਿਧਰੇ ਖਪਤ ਆਏਗੀ। ਨਹੀਂ, ਮੈਂ ਇਹ ਕਹਿ ਰਿਹਾ ਨੂਰ ਸਾਹਿਬ ਕਿ ਹੁਣ ਤੇ ਸਾਡਾ ਤਰੀਕਾ ਜਿਹੜਾ ਨਾ ਕੰਮ ਨੂੰ ਚਲਾਉਣ ਦਾ, ਉਹ ਇਹ ਹੈ ਕਿ ਅਸੀਂ ਸੋਸ਼ਲ ਨੈਸੈਸਰੀ ਟਾਈਮ ਆਪਣਾ ਵੇਚਨੇ ਆ, ਉਹਨੂੰ ਕੋਈ ਖਰੀਦਦਾ ਹੈ, ਉਹ ਖਰੀਦਣ ਵਾਲਾ ਉਸ ਸਾਡੇ ਟਾਈਮ ਦਾ ਤੋਂ ਮੁਨਾਫਾ ਲੈਂਦਾ ਹੈ। ਠੀਕ ਹੈ ਨਾ ਜੀ ਬਿਲਕੁਲ ਸਹੀ ਕਹਿ ਰਹੇ ਹੋ। ਤੇ ਅਗਰ ਫਰਜ਼ ਕਰੋ ਉਹਨੂੰ ਸਾਡੀ ਲੋੜ ਹੀ ਨਹੀਂ ਹੈਗੀ, ਲੇਕਿਨ ਅਸੀਂ ਵੀ ਉਹਦੇ ਦੋ ਪਹਿਲੂ ਨੇ ਨਾ। ਇੱਕ ਤੇ ਇਹ ਹੈਗਾ ਕਿ ਇੱਕ ਤੇ ਇਹ ਹੈ ਕਿ ਅਸੀਂ ਪੈਦਾਵਾਰ ਕਰਨੇ ਆ, ਠੀਕ, ਜੀ 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 ਇਨਸਾਨੀ ਜੁੱਸੇ ਦੇ ਨਾਲ ਪੈਦਾਵਾਰ ਕੀਤੀ ਜਾਂਦੀ ਹੈ, ਇੱਕ ਤੇ ਇਹ ਹੋ ਗਿਆ। ਤੇ ਦੂਜੇ ਇਹ ਹੈ ਕਿ ਜਿਹੜੀ ਅਸੀਂ ਸੋਸ਼ਲ ਨੈਸੈਸਰੀ ਟਾਈਮ ਨੂੰ ਵੇਚ ਕੇ ਤੇ ਜਿਹੜਾ ਅਸੀਂ ਜਿਹੜੀ ਅਸੀਂ ਰਕਮ ਆਪਣੇ ਘਰ ਲਿਆਉਂਦੇ ਆ, ਮਜ਼ਦੂਰੀ ਆਪਣੇ ਘਰ ਲਿਆਉਂਦੇ ਆ, ਉਹਦੇ ਨਾਲ ਅਸੀਂ ਸਰਮਾਇਆਦਾਰ ਦੀਆਂ ਬਣੀਆਂ ਹੋਈਆਂ ਚੀਜ਼ਾਂ ਵੀ ਖਰੀਦਦੇ ਆ। ਠੀਕ ਹੈ ਨਾ। ਸੋ ਅਸੀਂ ਜੀ ਬਿਲਕੁਲ ਸਹੀ, ਪ੍ਰੋਡਿਊਸਰ ਵੀ ਆ ਤੇ ਅਸੀਂ ਕੰਜ਼ਿਊਮਰ ਵੀ ਆ। ਠੀਕ ਜੀ ਸਹੀ ਜੀ, ਅੱਛਾ, ਸਹੀ ਹੁਣ ਜੀ। ਕਰੋ ਅਸੀਂ ਪ੍ਰੋਡਿਊਸਰ ਨਹੀਂ ਰਹਿੰਦੇ ਤੇ ਕੰਜ਼ਿਊਮਰ ਤੋਂ ਬਗੈਰ ਤੇ ਸੁਸਾਇਟੀ ਚੱਲ ਨਹੀਂ ਸਕਦੀ। ਜੀ ਸਹੀ, ਕੰਜ਼ਿਊਮਰ ਤੋਂ ਬਗੈਰ ਤੇ ਨਾ ਚੱਲ ਸਕਦੀ। ਮਤਲਬ ਜੇ ਅਗਰ ਫਰਜ਼ ਕਰੋ ਗੂਗਲ ਤੇ ਮਾਈਕਰੋਸਾਫਟ ਤੇ ਇਹ ਕੰਪਨੀਆਂ ਜਿਹੜੀਆਂ ਨੇ ਇਹ ਸਾਰਾ ਕੁਝ ਪੈਦਾ ਕਰ ਲੈਣ ਤੇ ਜੇ ਉਹ ਵਿਕਣਗੀਆਂ ਨਹੀਂ ਤੇ ਉਹ ਕਦ ਲਈ ਪੈਦਾ ਕਰਨਗੇ। ਜੀ ਸਹੀ। ਸੋ ਇਹਦਾ ਮਤਲਬ ਇਹ ਹੋਇਆ ਕਿ ਜਿਹੜੀ ਸੋਸ਼ਲ ਨੈਸੈਸਰੀ ਟਾਈਮ ਜ਼ੀਰੋ ਹੋ ਗਿਆ, ਨੰਬਰ 1। ਨੰਬਰ 2, ਸਰਪਲਸ ਦਾ ਕਨਸੈਪਟ ਮੁੱਕ ਗਿਆ। ਠੀਕ। ਤੇ ਜੀ ਜੀ ਫਿਰ ਸੋਸ਼ਲ ਸਿਸਟਮ ਜਿਹੜਾ ਹੈ ਉਹਨੂੰ ਵੀ ਇੰਟਾਇਰਲੀ ਬੇਸ ਉਹਦੀ ਜਿਹੜੀਆਂ ਬੁਨਿਆਦਾਂ ਨੇ ਉਹਨਾਂ ਤੋਂ ਉਹਨੂੰ ਬਦਲਣਾ ਪਏਗਾ ਕਿ ਜਿਹਦੇ ਵਿੱਚ ਇਨਸਾਨ ਜਿਹੜਾ ਹੈ ਬੰਦਾ ਜਿਹੜਾ ਹੈ ਉਹ ਬਤੌਰ ਕੰਜ਼ਿਊਮਰ ਦੇ ਫੰਕਸ਼ਨ ਕਰ ਸਕੇ। ਕੰਜ਼ਿਊਮਰ ਦੇ ਤੌਰ ਫੰਕਸ਼ਨ ਕਰਨ ਦਾ ਮਤਲਬ ਇਹ ਹੈ ਕਿ ਉਹ ਆਪਣੇ ਜਿਸਮ ਨੂੰ ਤੇ ਵੇਚੇਗਾ ਨਹੀਂ, ਲੇਕਿਨ ਉਹਨੂੰ ਪੈਸੇ ਮਿਲਣਗੇ। ਹਾਂ ਡਾਕਟਰ ਸਾਹਿਬ, ਲੇਕਿਨ ਸਰ ਉਹਨੂੰ ਪੈਸੇ, ਇਹ ਫਿਰ ਇਹ ਵੀ ਤੇ ਸੂਰਤ ਹੋ ਸਕਦੀ ਹੈ ਕਿ ਉਹਨੂੰ ਪੈਸੇ ਕਿਉਂ ਦਿੱਤੇ ਜਾਣਗੇ? ਉਹ ਕੁਛ ਕੰਟਰੀਬਿਊਟਰ ਤੇ ਨਹੀਂ ਪ੍ਰੋਡਕਸ਼ਨ ਲਾਈਨ 'ਚ? ਨਹੀਂ, ਇਹ ਜਿਹੜਾ ਤਲਕ ਹੈ ਨਾ, ਉਹ ਸਿਰਫ ਪ੍ਰੋਡਕਟ ਜਿਹੜੀ ਹੈ ਜਾਂ ਪ੍ਰੋਡਕਸ਼ਨ ਲਾਈਨ ਜਿਹੜੀ ਹੈ ਉਹਨੂੰ ਅਲਾਈਵ ਰੱਖਣ ਲਈ ਜਾਂ ਉਹਨੂੰ ਟੂ ਕੀਪ ਇਟ ਮੂਵਿੰਗ ਲਈ ਸਰ ਉਹਨੂੰ ਪੇ ਕੀਤਾ ਜਾਏਗਾ ਤਾਂ ਕਿ ਬਿਲਕੁਲ ਨਹੀਂ। ਕੰਜ਼ਿਊਮਰ ਜਿਹੜਾ ਉਹ ਪੈਦਾ ਹੋ ਜਾਏ। ਇਸ ਵੇਲੇ ਤੇ ਜੋ ਉਹਦਾ ਹੱਲ ਸਾਹਮਣੇ ਜੋ ਦੇ ਰਹੇ ਨੇ ਨਾ ਮਾਹਰੀਨ, ਉਹ ਸਰਮਾਇਆਦਾਰੀ ਨਿਜ਼ਾਮ ਦੇ ਅੰਦਰ ਹੀ ਦੇ ਰਹੇ ਨੇ। ਤੇ ਉਹ ਸਰਮਾਇਆਦਾਰੀ ਨਿਜ਼ਾਮ ਦੇ ਅੰਦਰ ਇਵੇਂ ਦਿੰਦੇ ਨੇ ਕਿ ਇੱਕ ਯੂਨੀਵਰਸਲ ਇਨਕਮ ਜਿਹੜੀ ਹੈ, ਇੱਕ ਯੂਨੀਵਰਸਲ ਇਨਕਮ ਦਾ ਸਭ ਇੱਕ ਉਹਦੇ ਉੱਤੇ ਅਮਲ ਹੋਏਗਾ ਯੂਨੀਵਰਸਲ ਇਨਕਮ ਤੇ ਯੂਨੀਵਰਸਲ ਇਨਕਮ ਦਾ ਮਤਲਬ ਇਹ ਹੈ ਕਿ ਤੁਸੀਂ ਕੋਈ ਕੰਮ ਕਰੋ ਜਾਂ ਨਾ ਕਰੋ, ਇੱਕ ਬੇਸਿਕ ਅਮਾਉਂਟ ਜਿਹੜੀ ਹੈ ਉਹ ਤੁਹਾਨੂੰ ਮਿਲ ਜਾਏਗੀ, ਉਹ ਕਿਸੇ ਵੀ ਅਰੇਂਜਮੈਂਟ ਦੇ ਤਹਿਤ ਮਿਲੇ। ਅੱਛਾ, ਅਗਰ ਫਰਜ਼ ਕਰੋ ਤੁਸੀਂ ਇਹਨੂੰ ਪ੍ਰੈਕਟਿਸ ਦੇ ਵਿੱਚ ਵੇਖਣਾ ਹੈ ਤੇ ਹੁਣ ਯੂਰਪ ਦੇ ਵਿੱਚ, ਯੂਰਪੀ ਮੁਲਕਾਂ ਦੇ ਵਿੱਚ ਸਿਹਤ ਜਿਹੜੀ ਹੈ, ਹੈਲਥ ਜਿਹੜੀ ਹੈ ਉਹ ਮੁਫਤ ਹੈ। ਯੂਰਪੀ ਮੁਲਕਾਂ ਦੇ ਵਿੱਚ ਤਾਲੀਮ ਜਿਹੜੀ ਆ ਉਹ ਮੁਫਤ ਹੈ। ਬੇਬੀ ਸਿਟਿੰਗ ਜਿਹੜੀ ਹੈ ਉਹ ਮੁਫਤ ਹੈ। ਉਹਦੇ ਜਿਹੜੀਆਂ ਅਮਰੀਕਾ 'ਚ ਨਹੀਂ ਹੈਗੀਆਂ ਤੇ ਉਹਦੇ ਵਿੱਚ ਜਿਹੜੀ ਮੁਫਤ ਮਿਲ ਰਹੀਆਂ ਨੇ, ਅਸਲ ਦੇ ਵਿੱਚ ਉਹ ਤੇ ਇਹ ਨਹੀਂ ਨਾ ਵੇਖ ਰਹੇ ਕਿ ਇਹ ਬੰਦਾ ਜਿਹੜਾ ਹੈਗਾ ਇਹਨੂੰ ਹੈਲਥ, ਇਹਨੇ ਕੋਈ ਕੰਮ ਕੀਤਾ ਤੇ ਇਹਨੂੰ ਹੈਲਥ ਮਿਲਣੀ ਚਾਹੀਦੀ ਹੈ ਕਿ ਨਹੀਂ ਮਿਲਣੀ ਚਾਹੀਦੀ। ਅਗਰ ਫਰਜ਼ ਕਰੋ ਤੁਸੀਂ ਬੇਰੋਜ਼ਗਾਰ ਹੋ, ਨਿਕੰਮੇ ਹੋ, ਕੁਝ ਵੀ ਨਹੀਂ ਕਰਦੇ, ਤਾਂ ਵੀ ਤੁਹਾਡੀ ਹੈਲਥ ਕਵਰਡ ਹੈ, ਤਾਂ ਵੀ ਤੁਹਾਡੀ ਤਾਲੀਮ ਜਿਹੜੀ ਹੈ ਉਹ ਕਵਰਡ ਹੈ। ਤੇ ਇਸੇ ਤਰ੍ਹਾਂ ਜਿਹੜੀ ਇੱਕ ਮਖਸੂਸ ਅਮਾਉਂਟ ਜਿਹੜੀ ਸਰਮਾਇਆਦਾਰੀ ਨਿਜ਼ਾਮ ਦੇ ਅੰਦਰ ਸੋਚ ਰਹੇ ਨੇ ਕਿ ਇੱਕ ਮਖਸੂਸ ਅਮਾਉਂਟ ਹਰ ਬੰਦੇ ਨੂੰ ਹਰ ਹਫ਼ਤੇ ਜਾਂ ਹਰ ਮਹੀਨੇ
ਦਿੱਤੀ ਜਾਏਗੀ, ਜਿਹਦੇ ਨਾਲ ਉਹ ਆਪਣੇ ਖਾਣ ਪੀਣ ਦਾ ਤੇ ਬਾਕੀ ਚੀਜ਼ਾਂ ਦਾ ਬੰਦੋਬਸਤ ਕਰੇਗਾ। ਹੁਣ ਨੂਰ ਸਾਹਿਬ ਗੱਲ ਇਹ ਹੈਗੀ ਹੈ ਕਿ ਗੱਲ ਉਹੀ ਹੈ ਕਿ ਚੂੰਕਿ ਹਜ਼ਾਰਾਂ ਸਾਲਾਂ ਤੋਂ ਜਿਹੜਾ ਪੈਦਾਵਾਰੀ ਸਿਸਟਮ ਹੈ ਉਹਦੇ ਵਿੱਚ ਜਿਹੜੀ ਬੁਨਿਆਦੀ ਗੱਲ ਹੈ ਉਹ ਇਹ ਰਹੀ ਹੈ ਕਿ ਮੈਂ ਕੁਝ ਕੰਮ ਕਰਨਾ ਹੈ ਸੋਸਾਇਟੀ ਦੇ ਪੈਦਾਵਾਰੀ ਅਮਲ 'ਚ, ਸੋਸਾਇਟੀ ਦੇ ਪੈਦਾਵਾਰੀ ਅਮਲ 'ਚ ਜੀ ਜੀ ਕੁਝ ਕੰਮ ਕਰਨਾ ਹੈ, ਉਹਦੇ ਬਦਲੇ 'ਚ ਮੈਨੂੰ ਰੋਟੀ ਮਿਲਦੀ ਹੈ, ਠੀਕ ਹੈ ਨਾ? ਜੀ ਬਿਲਕੁਲ। ਇਹ ਅਸੀਂ ਇਸ ਹੁਣ ਤੁਸੀਂ 1 ਮਿੰਟ ਲਈ ਇਸ ਸੋਚ ਦੇ ਵਿੱਚੋਂ ਨਿਕਲ ਜਾਓ ਕਿ ਬੰਦੇ ਦਾ ਕੰਮ ਕਰਕੇ ਆਪਣੀ ਰੋਟੀ ਕਮਾਉਣਾ ਕੋਈ ਲਾਜ਼ਮੀ ਕਨਸੈਪਟ ਨਹੀਂ ਹੈਗਾ। ਬੰਦੇ ਨੂੰ ਰੋਟੀ ਕੰਮ ਕੀਤੇ ਬਗੈਰ ਵੀ ਮਿਲ ਸਕਦੀ ਹੈ। ਇਸ ਤਸੱਵਰ ਨੂੰ ਆਪਣੇ, ਇਹ ਬਹੁਤ ਮੁਸ਼ਕਿਲ ਤਸੱਵਰ ਹੈ ਐਗਜ਼ਿਸਟਿੰਗ ਸੁਸਾਇਟੀ ਦੇ ਵਿੱਚ ਰਹਿੰਦਿਆਂ ਹੋਇਆਂ, ਤੁਸੀਂ ਤਸੱਵਰ 'ਚ ਇਹਨੂੰ ਲਿਆਓ। ਅੱਛਾ, ਲਾਈਕ ਡਾਕਟਰ ਸਾਹਿਬ ਜਿਸ ਤਰ੍ਹਾਂ ਇਹ ਸੋਸ਼ਲ ਸਿਕਿਉਰਿਟੀ ਹੈ ਕੋਈ ਆਪਣਾ ਸਟੈਂਪ ਜਾਂ ਦਿਸ ਦੈਟ ਉਹਦੀ ਫਾਰਮ ਹੋਏਗੀ ਨਾ ਜੀ ਕੋਈ ਨਾ ਕੋਈ, ਉਹ ਵੀ ਹੋਏਗੀ। ਮਸਲਾ ਹੋ ਸਕਦਾ ਹੈ ਕਿ ਬਈ ਉਹ ਕਹਿਣ ਜੀ ਜਿਹੜਾ ਸਾਰਾ ਫੂਡ ਸਟੱਫ ਹੈ ਇਹਦੀਆਂ ਤੁਹਾਨੂੰ ਅਸੀਂ ਦਿੰਨੇ ਆ, ਫੂਡ ਸਟੈਂਪਸ ਦਿੰਨੇ ਆ, ਤੇ ਹੈਲਥ ਮੁਫਤ ਹੈ, ਤਾਲੀਮ ਮੁਫਤ ਹੈ, ਸਾਰਾ ਕੁਝ ਮੁਫਤ ਹੈ, ਬਾਕੀ ਚੀਜ਼ਾਂ ਦੀ ਅਸੀਂ ਤੁਹਾਨੂੰ ਇੰਨੇ ਪੈਸੇ ਦਿੰਨੇ ਆ। ਕੰਬੀਨੇਸ਼ਨ ਹੋ ਸਕਦਾ ਨਾ। ਮਤਲਬ ਇਹ ਹੈ ਕਿ ਜਦੋਂ ਉਹਦੀ ਲੋੜ ਹੀ ਨਹੀਂ ਹੈਗੀ ਤੇ ਉਹ ਚੀਜ਼ ਵੀ ਉਹਦੀ ਪਹੁੰਚਣੀ ਹੈ। ਮੇਰਾ ਜਿਹੜਾ ਆਪਣਾ ਇਹ ਖਿਆਲ ਹੈ ਉਹ ਇਹ ਹੈਗਾ ਕਿ ਇਹ ਜਿਹੜਾ ਸਿਸਟਮ ਅਲਟੀਮੇਟਲੀ ਬਣੇਗਾ ਇਹ ਕੋਈ ਉਸ ਤਰ੍ਹਾਂ ਦਾ ਸਿਸਟਮ ਹੋਏਗਾ ਜਿਸ ਤਰ੍ਹਾਂ ਦਾ ਕਿ ਮਾਰਕਸ ਨੇ ਕਮਿਊਨਿਸਟ ਸੁਸਾਇਟੀ ਦਾ ਸਿਸਟਮ ਜਿਹੜਾ ਸੀ ਉਹ ਲਿਖਿਆ ਸੀ। ਮੇਰਾ ਆਪਣਾ ਖਿਆਲ ਹੈ ਕਿ ਉਹਨੇ ਆਪਣੇ, ਜਦੋਂ ਉਹਨੇ ਇਹ ਸਿਸਟਮ ਸੋਚਿਆ ਸੀ ਕਿ ਇਹ ਸਿਸਟਮ ਹੋ ਜਾਏਗਾ ਅਖੀਰ, ਤੇ ਮੇਰਾ ਖਿਆਲ ਹੈ ਕਿ ਇੱਕ ਚੀਜ਼ ਜਿਹੜੀ ਹੈ ਉਹ ਵਿੱਚੋਂ ਉਹਦੀ ਮਿਸਿੰਗ ਸੀਗੀ। ਉਹ ਮਿਸਿੰਗ ਚੀਜ਼ ਇਹ ਸੀ ਕਿ ਉਸ ਵੇਲੇ ਜਿਹੜੇ ਮੀਨਸ ਆਫ ਪ੍ਰੋਡਕਸ਼ਨ ਨੇ ਉਹ ਕਿਹੜੇ ਹੋਣਗੇ। ਮਤਲਬ ਇਹ ਹੈ ਕਿ ਹਾਲਾਂਕਿ ਮਾਰਕਸ ਨੇ ਆਪਣਾ, ਕੱਲ ਤੁਸੀਂ ਸੁਖਵਿੰਦਰ ਸਾਹਿਬ ਨੇ ਤੇ ਉਹ ਕੋਟ ਦੇਖਿਆ ਸੀ ਮਾਰਕਸ ਦਾ ਕਿ ਜਦੋਂ ਮਸ਼ੀਨਾਂ ਜਿਹੜੀਆਂ ਨੇ ਉਹ ਸਭ ਕੁਝ ਆਟੋਮੈਟਿਕ ਕਰ ਦੇਣਗੀਆਂ ਤੇ ਫਿਰ ਉਸ ਦੇ ਵਿੱਚ ਜਿਹੜਾ ਸੋਸ਼ਲੀ ਨੈਸੈਸਰੀ ਟਾਈਮ ਹੈ ਉਹ ਜ਼ੀਰੋ ਹੋ ਜਾਏਗਾ। ਤੇ ਮੈਂ ਇਹ ਕਹਿ ਰਿਹਾ ਕਿ ਜਿਹੜੀ ਟੈਕਨੋਲੋਜੀ ਦੇ ਨਾਲ, ਬਦਲਦੀ ਟੈਕਨੋਲੋਜੀ ਦੇ ਨਾਲ ਜਿਹੜੀ ਪ੍ਰੋਡਕਸ਼ਨ ਜਿਹੜੀ ਹੋਏਗੀ ਉਹਦੇ ਵਿੱਚ ਫਿਰ ਕਲਾਸਾਂ ਦੀ ਕੋਈ ਲੌਜਿਕ ਬਾਕੀ ਨਹੀਂ ਰਹਿੰਦੀ। ਤਬਕਿਆਂ ਜੇ ਦੀ ਕਲਾਸਾਂ ਦਾ ਰੋਲ ਖਤਮ ਹੋ ਜਾਂਦਾ, ਰੋਲ ਨਹੀਂ ਰਹਿੰਦਾ ਜੀ, ਤੇ ਸਰਟਨਲੀ ਕਲਾਸ ਨਹੀਂ ਰਹੇਗੀ। ਹਾਂਜੀ, ਤੇ ਇਹਦਾ ਮਤਲਬ ਇਹ ਹੈ ਕਿ ਜੇ ਉਹ ਨਹੀਂ ਰਹਿੰਦਾ ਤੇ ਉਹ ਨਹੀਂ ਹੁੰਦਾ ਤੇ ਜਿਹੜਾ ਪ੍ਰਾਈਵੇਟ ਪ੍ਰਾਪਰਟੀ ਦਾ ਕਨਸੈਪਟ ਹੈ ਹੁਣ ਉਹ ਵੀ ਨਹੀਂ ਰਹੇਗਾ। ਦੇਖੋ ਨਾ, ਹੁਣ ਤੇ ਇਹ ਹੈ ਨਾ ਕਲਾਸ ਸਿਸਟਮ ਦੇ ਵਿੱਚ ਇਹ ਹੈ ਕਿ ਜਿਹੜਾ ਮਜ਼ਦੂਰ ਹੈ, ਜਿਹੜਾ ਜਿਹਦੇ ਕੋਲ ਕੋਈ ਸਕਿੱਲ ਨਹੀਂ ਹੈਗੀ, ਉਹਨੂੰ 100 ਰੁਪਈਆ ਦਿਹਾੜੀ ਦਾ ਜਾਂ 200 ਰੁਪਈਏ ਦਿਹਾੜੀ ਸੇ ਮਿਲਦੇ ਨੇ, ਠੀਕ। ਜੀ ਜੀ ਜਿਹੜਾ ਕੋਈ 10-15 ਜਮਾਤਾਂ ਪੜ੍ਹਿਆ ਹੈ ਉਹਨੂੰ ਦਿਹਾੜੀ ਦੇ 400 500 ਜਾਂ 1000 ਰੁਪਈਆ ਮਿਲਦਾ ਹੈ। ਤੇ ਜਿਹੜਾ ਮੀਨਸ ਆਫ ਪ੍ਰੋਡਕਸ਼ਨ ਨੂੰ ਓਨ ਕਰਦਾ ਹੈ ਉਹਨੂੰ ਕੋਈ 2-4 ਲੱਖ ਦਿਹਾੜੀ ਦੇ ਮਿਲਦੇ ਨੇ, ਠੀਕ ਹੈ ਨਾ, ਇੰਝ ਹੀ ਹੈ ਨਾ। ਜੀ ਜੀ ਅੱਛਾ, ਲੇਕਿਨ ਇਹ ਹੈ ਕਿ ਜੇ ਜਿਹੜੀ ਪ੍ਰੋਡਕਸ਼ਨ ਹੈ ਉਹ ਤੁਹਾਡੀ ਸਕਿੱਲ ਦੇ ਉੱਤੇ ਡਿਪੈਂਡ ਹੀ ਨਹੀਂ ਕਰ ਰਹੀ, ਉਹ ਡਿਪੈਂਡ ਹੀ ਜੀ ਮਸ਼ੀਨਾਂ ਤੇ ਕਰ ਰਹੀ ਹੈ। ਜੀ ਜੀ ਤੇ ਫਿਰ ਉਹਦੇ ਵਿੱਚ ਤੁਸੀਂ ਕਿਵੇਂ ਫਰਕ ਕਰੋਗੇ ਕਿ ਜੀ ਇਹ ਬੰਦਾ ਜਿਹੜਾ ਇਹਨੂੰ 100 ਦੇਣਾ ਤੇ ਇਸ ਬੰਦੇ ਨੂੰ 200 ਦੇਣਾ, ਫਿਰ ਤੇ ਸਾਰਿਆਂ ਨੂੰ 100-100 ਮਿਲੇਗਾ। ਡਾਕਟਰ ਸਾਹਿਬ ਇਹਦਾ ਮਤਲਬ ਇਹ ਹੋਏਗਾ ਕਿ ਫਿਰ ਇਨ ਟੋਟਲ ਜਿਹੜਾ ਨੀਡ ਫਾਰ ਦਾ ਸੋਸਾਇਟੀ ਉਹ ਥੱਲੇ ਆ ਜਾਏਗੀ, ਯਾਨੀ ਘਟ ਜਾਏਗੀ।
ਨਹੀਂ, ਮੇਰਾ ਖਿਆਲ ਹੈ ਕਿਉਂਕਿ ਕਿ ਉਹ ਕੰਪੀਟੀਟਿਵ ਪੇਇੰਗ ਜਿਹੜੀ ਸਰ ਕੰਪੀਟੀਟਿਵ ਪੇਇੰਗ ਤੇ ਖਤਮ ਹੋ ਜਾਏਗੀ ਨਾ, ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਭਾਈ ਉਹਦਾ ਕੋਈ ਕੰਟਰੀਬਿਊਸ਼ਨ ਹੀ ਨਹੀਂ ਹੈ, ਉਹ ਕੰਟਰੀਬਿਊਸ਼ਨ ਦੀ ਜਿਹੜੀ ਸਟਰੈਂਥ ਹੈ ਜਾਂ ਕੰਟਰੀਬਿਊਸ਼ਨ ਦਾ ਜਿਹੜਾ ਵੋਲਿਊਮ ਹੈ ਜਾਂ ਕੁਆਲਿਟੀ ਹੈ, ਉਹ ਤੇ ਉਹਦਾ ਕਨਸੈਪਟ ਵੀ ਨਹੀਂ ਰਿਹਾ ਸਰ, ਜਿਸ ਲਈ ਉਹ ਸਾਰੇ ਆਲਮੋਸਟ ਕਹਿ ਲਓ ਬਰਾਬਰ ਹੀ ਹੋ ਗਏ ਨੇ। ਤੇ ਫਿਰ ਉਹ ਜਿਸ ਤਰ੍ਹਾਂ ਇਹ ਵੀ ਤੇ ਹੋ ਸਕਦਾ ਸਾਰਿਆਂ ਲਈ ਥੋੜਾ ਜਿਹਾ ਕੋਈ ਸਬਸਿਸਟੈਂਸ ਅਲਾਉਂਸ ਹੋ ਜਾਏ ਕਿ ਭਾਈ ਠੀਕ ਹੈ ਇਹਨਾਂ ਨੂੰ ਜ਼ਿੰਦਾ ਰੱਖੋ, ਤੇ ਮਸ਼ੀਨਾਂ ਜਿਹੜੀਆਂ ਨੇ ਉਹ ਉਹਨਾਂ ਦੇ ਉਹ ਬਹੁਤ ਸਾਰੇ ਲੋਕ ਤੇ ਨਹੀਂ ਉਹਦੇ ਤੇ ਕੰਮ ਕਰ ਰਹੇ, ਹੁਣ ਮਾਲਕ ਕਰ ਰਿਹਾ ਜਾਂ ਥੋੜੇ ਜਿਹੇ ਲੋਕ ਜਿਹੜੇ ਮਸ਼ੀਨਾਂ ਬਣਾ ਰਹੇ। ਦੇਖੋ ਨਾ ਨੂਰ ਸਾਹਿਬ, ਗੱਲ ਇਹ ਹੈਗੀ ਹੈ ਕਿ ਬੰਦਾ ਜਿਹੜਾ ਹੈਗਾ ਉਹ ਬੁਨਿਆਦੀ ਜਿਹੜੇ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਬਣ ਰਹੀਆਂ ਨੇ, ਬਣ ਕੇ ਵਿਕ ਰਹੀਆਂ ਨੇ, ਇਹ ਸਾਰੀਆਂ ਨੇਚਰ ਚੋਂ ਪੈਦਾ ਹੋਈਆਂ ਨੇ ਨਾ। ਜੀ ਠੀਕ ਕਹਿ ਰਹੇ ਹੋ। ਬੇਸ ਤੇ ਉਹਦੀ ਨੇਚਰ ਹੀ ਹੈ ਨਾ। ਨੇਚਰ ਦਾ ਜੀ ਜਿਹੜਾ ਮਟੀਰੀਅਲ ਫਿਨੋਮੀਨਾ ਹੈ ਉਹਨੇ ਬਦਲ ਕੇ ਅਸੀਂ ਮੁਨਾਫੇ ਕਮਾ ਰਹੇ ਹਾਂ ਨਾ। ਜੀ ਜੀ ਸਹੀ ਗੱਲ ਹੈ, ਕੁਆਲਿਟੀ ਉਹਦੇ ਚ ਪੈਦਾ ਕਰ। ਅੱਛਾ, ਤੇ ਜੇ ਫਰਜ਼ ਕਰੋ ਬੰਦਿਆਂ ਦੀ ਨੇਚਰ ਕੋਲੋਂ ਫਾਇਦਾ ਚੁੱਕਣ ਲਈ ਬੰਦਿਆਂ ਦੀ ਮਿਹਨਤ ਦੀ ਲੋੜ ਹੀ ਨਹੀਂ ਹੈ, ਉਹਨਾਂ ਦੀ ਜਿਸਮਾਨੀ ਲੋੜ ਹੀ ਨਹੀਂ ਹੈ, ਤੇ ਫਿਰ ਇਹ ਹੈ ਕਿ ਇਹ ਤਸੱਵਰ ਵੀ ਆ ਸਕਦਾ ਹੈ, ਮੈਂ ਨਹੀਂ ਕਹਿ ਰਿਹਾ ਕਿ ਕੱਲ ਆ ਜਾਣਾ, ਇਹ ਤਸੱਵਰ ਵੀ ਆ ਸਕਦਾ ਹੈ ਕਿ ਨੇਚਰ ਨੂੰ ਇਨਸਾਨ ਜਿਹੜੇ ਨੇ ਉਹ ਕਲੈਕਟਿਵਲੀ ਉਹਦੇ ਤੋਂ ਫਾਇਦਾ ਲੈ ਰਹੇ ਨੇ। ਸਰ ਮੈਂ ਉਹ ਅਰਜ਼ ਕਰ ਰਿਹਾ ਨਾ ਕਿ ਫਿਰ ਉਹ ਜਿਹੜਾ ਕਲੈਕਟਿਵ ਬੈਨੀਫਿਟ ਹੈ ਉਹਦੇ ਚ ਤੇ ਕੋਈ ਰੇਸਿਸ ਜਾਂ ਉਹਦੇ ਚ ਤੇ ਕੋਈ ਉਹ ਨਹੀਂ, ਕਲਾਸੀਫਿਕੇਸ਼ਨ ਦਾ ਕੋਈ ਕਨਸੈਪਟ ਲੋੜ ਨਹੀਂ ਰਹੇਗੀ ਨਾ ਸਰ। ਉਹ ਫਿਰ ਨਹੀਂ ਹੋ ਸਕਦੀ, ਬਰਾਬਰੀ ਹੋ ਜਾਏਗੀ ਨਾ ਫਿਰ ਤੇ ਸਰ। ਤੇ ਠੀਕ ਹੈ ਭਾਈ, 200 ਰੁਪਈਆ ਇੱਕ ਮਿਸਾਲ ਇੱਕ ਮਹੀਨੇ ਲੋੜ ਹੈ 30 ਦਿਨ ਦੀ, ਤੇ 200 ਰੁਪਈਆ ਸਾਰਿਆਂ ਨੂੰ ਦੇ ਹਾਂਜੀ, ਜਾਂ ਜੋ ਵੀ ਉਸਲੇ ਜਿਹੜਾ ਵੇ ਕਹਿ ਲਵੋ ਕਿ ਕਰੰਸੀ ਹੋਏਗੀ ਜਾਂ ਜੋ ਵੀ ਮੀਨ ਆਫ ਜਾਂ ਸੋਰਸ ਆਫ ਲਿਵਿੰਗ ਹੋਏਗਾ ਉਹ ਦੇ ਦਿਓ। ਹਾਂਜੀ, ਤੇ ਮਤਲਬ ਇਹ ਹੈ ਕਿ ਹੁਣ ਉਹ ਮਟੀਰੀਅਲ ਕੰਡੀਸ਼ਨਸ ਪੈਦਾ ਹੋ ਗਈਆਂ ਨੇ ਜਿਨ੍ਹਾਂ ਵਿੱਚ ਕਿ ਇਨਸਾਨ ਬਗੈਰ ਕੰਮ ਕੀਤੇ ਤੋਂ ਰੋਟੀ ਖਾ ਸਕਦਾ ਹੈ। ਅਗਰ ਓਵਰਆਲ ਸੁਸਾਇਟੀ ਨੂੰ, ਓਵਰਆਲ ਇਨਸਾਨ ਨੂੰ ਤੁਸੀਂ ਕੌਮਾਂ ਨਸਲਾਂ ਤਬਕਿਆਂ 'ਚ ਵੰਡ ਕੇ ਨਾ ਦੇਖੋ, ਤੇ ਓਵਰਆਲ ਜਿਹੜਾ ਇਨਸਾਨ ਹੈ ਉਹ ਹੁਣ ਇਸ ਕਾਬਲ ਹੋ ਗਿਆ ਹੈ ਕਿ ਉਹ ਮਸ਼ੀਨਾਂ ਕੋਲੋਂ ਪੈਦਾ ਕਰਵਾ ਕੇ ਤੇ ਪੂਰੀ ਇਨਸਾਨੀਅਤ ਰੋਟੀ ਖਾ ਸਕਦੀ। ਠੀਕ। ਅੱਛਾ, ਹੁਣ ਜੀ ਮੈਂ ਪਰਤਣਾ ਚਾਹੁੰਦਾ ਹਾਂ ਸਾਡੇ ਉਸ ਬਹਿਸ ਦੇ ਉੱਤੇ, ਜਿਹੜੀ ਬਹਿਸ ਅਸੀਂ ਕੀਤੀ ਸੀ ਕਿ ਬਈ ਆਰਟੀਫਿਸ਼ੀਅਲ ਇੰਟੈਲੀਜੈਂਸ ਜਿਹੜੀ ਹੈ ਉਹਦੀ ਜਿਹੜੀ ਬੇਸਿਕ ਥਿਓਰੈਟੀਕਲ ਸਟਰਕਚਰ ਹੈ ਉਹ ਮਾਲੂਮ ਹੋ ਚੁੱਕਿਆ ਹੈ, ਤੇ ਹੁਣ ਸਿਰਫ ਉਹਦੀ ਐਪਲੀਕੇਸ਼ਨ ਹੋ ਰਹੀ ਹੈ। ਠੀਕ ਹੈ ਨਾ, ਕਿ ਇਹ ਗੱਲ ਤੁਹਾਨੂੰ ਯਾਦ ਹੋਏਗੀ। ਜੀ ਜੀ ਅੱਛਾ, ਮੇਰੀ ਜਿਹੜੀ ਮੈਂ ਲੇਟੈਸਟ ਜਿਹੜੀ ਪਿਛਲੇ ਕੁਝ ਚਿਰ ਦੇ ਵਿੱਚ ਮੈਂ ਆਪਣਾ ਜਿਹੜੀ ਕੁਆਂਟਮ ਫਿਜ਼ਿਕਸ ਹੈ ਨਾ ਉਹਨੂੰ ਪੜ੍ਹਿਆ ਹੈ। ਅੱਛਾ, ਕੁਆਂਟਮ ਜਿਹੜੀ ਇਹ ਸਾਰੀਆਂ ਚੀਜ਼ਾਂ ਬਣ ਰਹੀਆਂ ਨੇ ਨਾ ਮਸ਼ੀਨਾਂ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਵਿੱਚ, ਉਹਨਾਂ ਦੇ ਪਿੱਛੇ ਕੁਆਂਟਮ ਫਿਜ਼ਿਕਸ ਹੈ। ਜੀ ਕੁਆਂਟਮ ਫਿਜ਼ਿਕਸ ਦੀ ਐਪਲੀਕੇਸ਼ਨ ਜਿਹੜੀ ਹੈ ਉਹਦੇ ਨਾਲ ਆਰਟੀਫਿਸ਼ੀਅਲ ਇੰਟੈਲੀਜੈਂਸ ਬਣ ਰਹੀ ਹੈ। ਕੁਆਂਟਮ ਫਿਜ਼ਿਕਸ ਦੇ ਵਿੱਚ ਜਿਹੜੀ ਹੈ ਉਹ ਬ੍ਰੇਕ ਥਰੂ ਹੋਈ ਹੈ, ਤੇ ਲੇਕਿਨ ਉਹ ਐਕਸਪਲੇਨ ਵੀ ਨਹੀਂ ਹੋ ਸਕੀ ਅਜੇ ਸਾਇੰਟਿਸਟਾਂ ਕੋਲੋਂ। ਉਹ ਮੈਂ ਤੁਹਾਨੂੰ ਦੱਸ ਦਿੰਦਾ ਹੈ ਉਹ ਕੀ ਹੈ। ਕੁਆਂਟਮ ਫਿਜ਼ਿਕਸ ਦੇ ਵਿੱਚ ਇਹ ਹੈ ਕਿ ਬਈ ਜਿਹੜਾ ਪਾਰਟੀਕਲ ਹੈ ਉਹਨੂੰ ਕਿਸੇ ਇੱਕ ਜਗ੍ਹਾ ਤੇ ਉਹਨੂੰ ਆਪਣਾ ਜਾਮਦ ਨਹੀਂ ਸਮਝਿਆ ਜਾ ਸਕਦਾ। ਉਹ ਹਮੇਸ਼ਾ ਮੂਵਮੈਂਟ 'ਚ ਰਹਿੰਦਾ ਹੈ। ਇੱਕ ਤੇ ਇੱਕ ਮੋਟੀ ਜੀ ਗੱਲ ਹੈ। ਜਿਹੜੀ ਖਾਸ ਗੱਲ ਯਾਦ ਕਰਨ ਵਾਲੀ ਹੈ ਕਿ ਜਿਹੜਾ ਉਹਦੀ
ਜਿਹੜਾ ਉਹ ਇੱਕ ਜਗ੍ਹਾ ਤੇ ਨਹੀਂ ਰਹਿੰਦਾ ਤੇ ਫਿਰ ਉਹ ਇੱਕ ਵੇਵ ਹੈ, ਇੱਕ ਲਹਿਰ ਦੀ ਸ਼ਕਲ ਦੇ ਵਿੱਚ એનર્ਜੀ ਜਿਹੜੀ ਹੈ ਉਹ ਹਰਕਤ ਕਰਦੀ ਹੈ। ਤੇ ਉਹ ਦੇ ਵਿੱਚ ਜਿਹੜਾ ਮੇਨ ਉਹਦਾ ਵਹੀਕਲ ਹੈ ਉਹ ਇਲੈਕਟ੍ਰੋਨਸ ਨੇ। ਤੇ ਇਹ ਹੈ ਕਿ ਜੇ ਇਲੈਕਟ੍ਰੋਨ ਨੂੰ ਬਾਈਫਰਕੇਟ ਕਰ ਦਿੱਤਾ ਜਾਵੇ, ਤੋੜ ਦਿੱਤਾ ਜਾਵੇ, ਤੇ ਉਹਦੇ ਦੋ ਹਿੱਸੇ ਹੋ ਜਾਂਦੇ ਨੇ ਇਲੈਕਟ੍ਰੋਨ ਦੇ। ਇੱਕ ਹਿੱਸਾ ਉੱਤੇ ਜਾਂਦਾ, ਦੂਸਰਾ ਹਿੱਸਾ ਥੱਲੇ ਜਾਂਦਾ, ਜਿਹਨੂੰ ਅਸੀਂ ਪਹਿਲੇ ਨੈਗੇਟਿਵ ਔਰ ਪੋਜ਼ਿਟਿਵ ਕਹਿੰਦੇ ਸਾਂ। ਅੱਛਾ, ਇਹਦੀ ਵਿੱਚ ਇਹਦੀ ਇਹ ਹੈ ਕਿ ਮੈਥਮੈਟਿਕ ਜਿਹੜੀਆਂ ਇਕੁਏਸ਼ਨਸ ਨੇ ਉਹਨਾਂ ਦੇ ਨਾਲ ਤੇ ਉਹ ਐਗਜ਼ੈਕਟਲੀ ਸਾਇੰਟੀਫਿਕ ਜਵਾਬ ਉਹਦਾ ਕੱਢ ਲੈਂਦੇ ਨੇ, ਮਤਲਬ ਬਿਲਕੁਲ ਮੇਜਰ ਜਵਾਬ ਕੱਢ ਲੈਂਦੇ ਨੇ ਕਿ ਇਹ ਪਾਓਗੇ ਇਹ ਹੋਏਗਾ, ਔਰ ਉਹ ਐਗਜ਼ੈਕਟਲੀ ਹਮੇਸ਼ਾ ਸਹੀ ਸਾਬਤ ਹੁੰਦਾ ਹੈ। ਲੇਕਿਨ ਉਹ ਇਹ ਨਹੀਂ ਦੱਸ ਸਕੇ ਅਜੇ ਤੱਕ ਐਕਸਪਲੇਨ ਕੋਈ ਕਰ ਸਕੇ ਕਿ ਜਿਹੜਾ ਇਲੈਕਟ੍ਰੋਨ ਦੇ ਵਿੱਚ ਦੋ ਹਿੱਸਿਆਂ 'ਚ ਹੋ ਕੇ ਦੋ ਮੁਖਤਲਿਫ ਯੂਨੀਵਰਸ ਬਣ ਜਾਂਦੇ ਨੇ, ਇੱਕ ਯੂਨੀਵਰਸ ਥੱਲੇ ਨੂੰ ਜਾਂਦਾ ਹੈ, ਇੱਕ ਯੂਨੀਵਰਸ ਉੱਤੇ ਨੂੰ ਜਾਂਦਾ ਹੈ। ਇਹ ਕਿਉਂ ਜਾਂਦਾ ਹੈ, ਇਹ ਕਿਵੇਂ ਹੁੰਦਾ ਹੈ, ਇਹਦੀ ਜਿਹੜੀ ਐਕਸਪਲੇਨੇਸ਼ਨ ਹੈ ਉਹ ਅਜੇ ਜਿਹੜੀ ਕੁਆਂਟਮ ਫਿਜ਼ਿਕਸ ਹੈ ਉਹਦੇ ਵਿੱਚ ਨਹੀਂ ਆਈ। ਮੇਰਾ ਆਪਣਾ ਜਿਹੜੀ ਸਪੈਕੂਲੇਸ਼ਨ ਹੈ, ਸਿਰਫ ਸਪੈਕੂਲੇਸ਼ਨ ਹੀ ਮੈਂ ਕਰ ਸਕਦਾ, ਹੋਰ ਕੀ ਕਰ ਸਕਦਾ। ਮੇਰੀ ਜਿਹੜੀ ਸਪੈਕੂਲੇਸ਼ਨ ਹੈ ਉਹ ਇਹ ਹੈ ਕਿ ਇਹ ਜਿਸ ਹੱਦ ਤੇ ਜਾ ਕੇ ਕੁਆਂਟਮ ਫਿਜ਼ਿਕਸ ਦੀ ਥਿਊਰੀ ਜਿਹੜੀ ਰੁਕੀ ਹੋਈ ਹੈ, ਉਹ ਜਦੋਂ ਜਿੱਥੇ ਰੁਕੀ ਹੋਈ ਹੈ ਉਥੋਂ ਅੱਗੇ ਜਾਵੇਗੀ ਤੇ ਫਿਰ ਇੰਟੈਲੀਜੈਂਸ, आर्टिफिशियल इंटेलिजेंस, ठीक हो? हाँ हाँ वो डॉक्टर पे गए थे तो अभी आए। आर्टिफिशियल जी डॉक्टर साहब। ਦੀ ਜਿਹੜੀ ਹੈ ਉਹ ਬਿਲਕੁਲ ਇੱਕ ਹੋਰ ਵੇਵ, ਹੋਰ ਲੈਵਲ ਆ ਜਾਏਗਾ। ਹਾਂਜੀ ਨੂਰ ਸਾਹਿਬ, ਤੁਹਾਡਾ ਮਾਈਕ ਖੁੱਲਾ ਹੈ ਤੇ ਰੌਲਾ ਹੋ ਰਿਹਾ ਹੈ। सर मैं बंद कर। ਹਾਂਜੀ, ਤੇ ਮੈਂ ਇਹ ਕਹਿ ਰਿਹਾ ਸਾਂ ਕਿ ਜਿਹੜੀ ਜਿੱਥੇ ਜਾ ਕੇ ਕੁਆਂਟਮ ਫਿਜ਼ਿਕਸ ਦੀ ਥਿਊਰੀ ਜਿਹੜੀ ਹੈ ਉਹ ਜਿੱਥੇ ਜਾ ਕੇ ਰੁਕ ਗਈ ਹੋਈ ਹੈ ਔਰ ਉਸ ਤੋਂ ਅੱਗੇ ਬ੍ਰੇਕ ਥਰੂ ਨਹੀਂ ਹੋ ਰਿਹਾ, ਇਹ ਬੁਨਿਆਦੀ ਸ਼ਾਇਦ ਵਜ੍ਹਾ ਹੈਗੀ ਹੈ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਜਿਹੜੀ ਹੈ ਉਹ ਅਗਲੇ ਮਰਹਲਿਆਂ ਤੋਂ ਨਹੀਂ ਜਾ ਰਹੀ। ਇਹ ਜਿਹੜੀਆਂ ਤੁਸੀਂ ਅਕਸਰ ਜਿਹੜੀਆਂ ਤੁਸੀਂ ਟੇਪਾਂ ਸੁਣੋਗੇ ਨਾ, ਜਿਹੜੀਆਂ ਵੀਡੀਓ ਸੁਣੋਗੇ, ਇਹਨਾਂ ਵਿੱਚ ਬੁਨਿਆਦੀ ਤੌਰ ਦੇ ਉੱਤੇ ਜਿਹੜੇ ਪਹਿਲੇ ਲੈਵਲ ਦੀ ਆਰਟੀਫਿਸ਼ੀਅਲ ਇੰਟੈਲੀਜੈਂਸ ਕ੍ਰੀਏਟ ਹੋਈ ਹੈ, ਇਹ ਉਹਨੂੰ ਹੀ ਬੁਨਿਆਦ ਬਣਾ ਕੇ ਤੇ ਇਹ ਸਾਰੀ ਗੱਲ ਕਰ ਰਹੇ ਨੇ। ਉਹ ਬੁਨਿਆਦ ਕੀ ਹੈ? ਉਹ ਬੁਨਿਆਦ ਇਹ ਹੈ ਕਿ ਤੁਸੀਂ ਡੇਟਾ ਫੀਡ ਕਰਦੇ ਹੋ, ਬਹੁਤ ਕੰਪਲੈਕਸ ਡੇਟਾ ਫੀਡ ਕਰਦੇ ਹੋ, ਤੇ ਜਿਹੜੀ ਆਰਟੀਫਿਸ਼ੀਅਲ ਜਿਹੜੀ ਮਸ਼ੀਨ ਲਰਨਿੰਗ ਹੈ, ਮਸ਼ੀਨ ਲਰਨਿੰਗ ਉਹਨੂੰ ਪ੍ਰੋਸੈਸ ਕਰਕੇ ਤੇ ਤੁਹਾਨੂੰ ਨਤੀਜੇ ਕੱਢ ਦਿੰਦੀ ਹੈ। ਲੇਕਿਨ ਜਿਹੜੀ ਮਸ਼ੀਨ ਲਰਨਿੰਗ ਹੈ ਉਹ ਇਨਸਾਨੀ ਲਰਨਿੰਗ ਤੋਂ ਕਈ ਹਜ਼ਾਰ ਗੁਣਾ ਜ਼ਿਆਦਾ ਤੇਜ਼ ਹੈ। ਮਤਲਬ ਇਨਸਾਨ ਜਿਹੜਾ ਹੈ ਉਹ ਤੇ ਇੱਕ ਹੀ ਵੇਲੇ 'ਚ 5 ਜਾਂ 6 ਵੇਰੀਏਬਲ ਜਿਹੜੇ ਨੇ ਉਹਨਾਂ ਨੂੰ ਵੇਖ ਸਕਦਾ ਹੈ, ਲੇਕਿਨ ਜਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਸ ਹੈ ਉਹ ਹਜ਼ਾਰਾਂ ਡਾਇਮੈਂਸ਼ਨਸ ਨੂੰ, ਹਜ਼ਾਰਾਂ ਕਰੈਕਟਰਿਸਟਿਕਸ ਨੂੰ ਵੇਖ ਸਕਦੀਆਂ ਨੇ ਇੱਕ ਹੀ ਵਕਤ 'ਚ। ਤੇ ਇਹ ਜਿਹੜੀ ਅਜੇ ਤੱਕ ਜਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਸ ਹੋ ਰਹੀ ਹੈ ਉਹ ਹੈਗੀ ਹੈ ਡੇਟਾ ਡਿਵਨ, ਯਾਨੀ ਜਿਹੜੀ ਮਸ਼ੀਨ ਹੈ ਉਹ ਡੇਟੇ ਤੋਂ ਜਿਹੜੀ ਹੈ ਉਹਦੇ ਪੈਟਰਨ ਦੇਖਦੀ ਹੈ ਔਰ ਉਹਨਾਂ ਪੈਟਰਨ ਨੂੰ ਦੇਖਦਿਆਂ ਹੋਇਆ ਪ੍ਰੋਜੈਕਟ ਕਰਦੀ ਹੈ ਕਿ ਅੱਗੇ ਕਿਵੇਂ ਹੋਏਗਾ। ਠੀਕ ਹੈ ਨਾ? ਸੋ ਇਹ ਬੇਸਿਕਲੀ ਡੇਟਾ ਬੇਸਡ ਹੈਗੀ ਹੈ। ਅੱਛਾ, ਜਿਹੜੀ ਡੇਟਾਬੇਸ ਤੋਂ ਅਗਲੀ ਜਿਹੜੀ ਇੰਟੈਲੀਜੈਂਸ ਹੈ ਉਹ ਯਾਨੀ ਜਿਹੜੀ ਕਿ ਡੇਟਾਬੇਸ ਵੀ ਨਹੀਂ ਹੋਏਗੀ, ਜਿਹੜੀ ਕਿ ਮਿਸਾਲ ਦੇ ਤੌਰ ਦੇ ਉੱਤੇ ਕਿ ਜਿਹਦੀਆਂ ਅੱਖਾਂ ਵੀ ਹੋਣਗੀਆਂ
ਯਾਨੀ ਮਤਲਬ ਇਹ ਹੈ ਕਿ ਸੈਂਸਰਸ ਦੇ ਨਾਲ ਉਹ ਡੇਟਾ ਕਲੈਕਟ ਕਰ ਲੇਗੀ, ਜਿਹਦੀ ਆਵਾਜ਼ ਸੁਣਨ ਦੀ ਵੀ ਕਪੈਸਿਟੀ ਹੋਵੇਗੀ, ਵਗੈਰਾ ਵਗੈਰਾ। ਤੇ ਉਹ ਜਿਹੜੀ ਉਹ ਨਤੀਜੇ ਕੱਢੇਗੀ, ਉਹ ਡੇਟਾਬੇਸ ਥਿਅਰੀਆਂ ਤੋਂ ਬਹੁਤ ਅਗਲੇ ਲੈਵਲ ਦੇ ਨਤੀਜੇ ਹੋਣਗੇ। ਇਹ ਮੇਰਾ ਕਹਿਣ ਦਾ ਮਤਲਬ ਹੈ। ਤੇ ਉਹ ਜਿਹੜੀ ਹੈ ਆਪਣਾ ਕੁਆਂਟਮ ਫਿਜ਼ਿਕਸ ਦੀ ਵਿੱਚ ਬ੍ਰੇਕ ਥਰੂ ਜਿਹੜਾ ਹੈ ਉਹ ਕੀ ਹੈਗਾ, ਜਿਹੜਾ ਕਿ ਅਜੇ ਨਹੀਂ ਹੋ ਰਿਹਾ। ਠੀਕ ਹੈ ਜੀ। जी सर, लेकिन सर वो एडा पता नहीं कदों होएगा, जेडी जल्दी तो नहीं लगता जी। ਨਹੀਂ ਉਹਦਾ ਕੋਈ ਪਤਾ ਨਹੀਂ, ਉਹ 10 ਸਾਲ ਲੱਗਦੇ ਨੇ, 20 ਸਾਲ ਲੱਗਦੇ ਨੇ, 100 ਸਾਲ ਲੱਗਦੇ ਨੇ, ਨੋਬਡੀ ਨੋਜ਼। ਕਿਉਂਕਿ जी ਕਿਉਂਕਿ ਦੇਖੋ ਨਾ, ਨਿਊਟੋਨੀਅਨ ਫਿਜ਼ਿਕਸ ਜਿਹੜੀ ਹੈ ਉਹ 16ਵੀਂ 17ਵੀਂ ਸਦੀ ਚ ਆਈ, ਤੇ ਉਸ ਤੋਂ ਬਾਅਦ ਜਿਹੜਾ ਮੇਜਰ ਬ੍ਰੇਕ ਥਰੂ ਜਿਹੜਾ ਆਇਆ ਫਿਜ਼ਿਕਸ ਦੇ ਵਿੱਚ, ਉਹ ਤੇ 20 ਸੈਂਚੁਰੀ ਚ ਆਇਆ, ਯਾਨੀ ਆਇਨਸਟਾਈਨ ਦਾ। ਤੇ ਇਸ जी ਲਈ ढेर सारा टाइम लग गया। ਹਾਂਜੀ, ਇਸ ਲਈ ਇਹ ਨਹੀਂ ਕਿ ਦੱਸਿਆ ਜਾ ਸਕਦਾ ਕਿ ਇਹਨੂੰ ਵਕਤ ਕਿੰਨਾ ਲੱਗੇਗਾ, 1 ਸਾਲ ਲੱਗੇਗਾ, 2 ਸਾਲ ਲੱਗੇਗਾ, 4 ਸਾਲ ਲੱਗਣਗੇ, 100 ਸਾਲ ਲੱਗਣਗੇ, ਹੂ ਨੋਜ਼। ਅਸੀਂ ਜਿਹੜੀ ਗੱਲ ਕਰ ਰਹੇ ਹਾਂ, ਅਸੀਂ ਜਿਹੜੀ ਗੱਲ ਸਾਰੀ ਕਰ ਰਹੇ ਹਾਂ, ਉਹ ਇਹ ਗੱਲ ਕਰ ਰਹੇ ਹਾਂ ਕਿ ਫਿਊਚਰ ਦੀਆਂ ਅਸੀਂ ਜਾ ਕਿੱਧਰ ਨੂੰ ਰਹੇ ਹਾਂ। ਅਸੀਂ ਜਿੱਥੇ ਜਾਣਾ ਹੈ ਉੱਥੇ ਅਸੀਂ ਪਹੁੰਚਣਾ ਕਿੰਨੇ ਸਾਲਾਂ 'ਚ ਹੈ, 2 ਦਹਾਈਆਂ 'ਚ ਪਹੁੰਚਣਾ ਹੈ, 100 ਸਾਲਾਂ 'ਚ ਪਹੁੰਚਣਾ ਹੈ ਕਿ 400 ਸਾਲਾਂ 'ਚ ਪਹੁੰਚਣਾ ਹੈ, ਇਹ ਸਾਨੂੰ ਨਹੀਂ ਪਤਾ ਹੈਗਾ ਇਸ ਗੱਲ ਦਾ। ਅਸੀਂ ਸਿਰਫ ਇਹ ਦੱਸ ਰਹੇ ਹਾਂ ਕਿ ਸੁਸਾਇਟੀ ਜਿਹੜੀ ਹੈ ਉਹਦੀ ਜਿਹੜੀ ਬੇਸਿਕ ਸਟਰਕਚਰ ਹੈ, ਉਹਦੀ ਬੇਸ ਜਿਹੜੀ ਹੈ ਉਹ ਬਦਲਣਾ ਸ਼ੁਰੂ ਹੋ ਚੁੱਕੀ ਹੈ, ਔਰ ਉਹ ਬਦਲ ਜਾਣੀ ਹੈ। ਹੁਣ ਇਹ ਜਿਹੜੀ ਟ੍ਰਾਂਜ਼ਿਟਰੀ ਪੀਰੀਅਡ ਹੋਏਗਾ ਵਿੱਚ ਬਦਲਣ ਦਾ, ਜਿਹੜਾ ਟ੍ਰਾਂਜ਼ਿਸ਼ਨ ਦਾ ਪੀਰੀਅਡ ਹੋਏਗਾ, ਉਹਦੇ ਵਿੱਚ ਕੀ ਹੁੰਦਾ ਹੈ, ਇਹ ਇਟ ਇਜ਼ ਇਹ ਮੇਰਾ ਆਪਣਾ ਇਹ ਖਿਆਲ ਹੈ ਕਿ ਇਹ ਆਰਟੀਫਿਸ਼ੀਅਲ ਇੰਟੈਲੀਜੈਂਸ ਖੁਦ ਤੇ ਸ਼ਾਇਦ ਦੱਸ ਸਕੇ, ਲੇਕਿਨ ਅਸੀਂ ਤੁਸੀਂ ਜਿਹੜੇ ਆ ਉਹ ਇਹ ਸਾਡੇ ਤੁਹਾਡੇ ਲਈ, ਇਨਸਾਨਾਂ ਲਈ ਇਹ ਇੰਨਾ ਦੂਰ ਦੇਖਣਾ ਮੁਸ਼ਕਲ ਹੈਗਾ। ਹੋਰ ਕੋਈ ਸਵਾਲ ਜੀ? डॉक्टर साहब ਤੁਸੀਂ ਪਿਛਲੀ ਮੀਟਿੰਗ ਵਿੱਚ ਜਾਂ ਪਿਛਲੇ ਸਰ ਲੈਸਨ ਵਿੱਚ ਕਿਹਾ ਸੀ ਕਿ ਡਿਸਟੋਪੀਆ। ਹਾਂਜੀ, ਡਿਸਟੋਪੀਆ ਤੇ ਉਹੀ ਹੈ ਨਾ ਕਿ ਇਹਦੇ ਬਹੁਤ ਨੁਕਸਾਨ ਹੋਣਗੇ। ਜੀ ਔਰ ਮੈਂ ਉਹ ਅਰਜ਼ ਕਰਨਾ ਚਾਹੁੰਦਾ ਕਿ ਸਰ ਇਹ ਕਿਤੇ ਉਧਰ ਨਾ ਤੁਰ ਜਾਵੇ ਨਾ। ਮੇਰਾ ਆਪਣਾ ਇਹ ਖਿਆਲ ਹੈ ਕਿ ਉਹ ਜਿਹੜੇ ਦੇਖ ਰਹੇ ਨੇ ਨਾ, ਉਹਦੀ ਐਗਜ਼ਿਸਟਿੰਗ ਜਿਹੜੀ ਸੁਸਾਇਟੀ ਦੇ ਵਿੱਚ ਜਿਹੜੀ ਸਾਈਕਿਕ ਟ੍ਰੈਂਡਸ ਨੇ ਉਹਦੇ ਤਹਿਤ ਦੇਖ ਰਹੇ ਨੇ। ਲੇਕਿਨ ਇੱਕ ਜਿਹੜੀ ਗੱਲ ਹੈ ਜਿਹੜੀ ਕਿ ਸਮਝ ਆਉਂਦੀ ਹੈ ਕਿ ਦੇਖੋ ਜੀ, ਉਹ ਕੀ ਹੋਣਾ ਹੈ, ਉਹ ਮਤਲਬ ਉਹ ਤੁਹਾਡੇ ਮੇਰੇ ਵੱਸ 'ਚ ਤੇ ਹੈ ਨਹੀਂ ਹੈ। ਉਹ ਤਾਂ ਸਾਡੇ ਵੱਸ 'ਚ ਨਹੀਂ ਹੈਗਾ। ਜੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਨਾਲ ਆਰਟੀਫਿਸ਼ੀਅਲ ਇੰਟੈਲੀਜੈਂਸ ਨੇ ਦੁਨੀਆ ਨੂੰ ਫਜ਼ਾ ਕਰਨਾ ਹੈ ਤਾਂ ਉਹਨੇ ਫਜ਼ਾ ਕਰ ਲੈਣਾ ਹੈ, ਭਾਵੇਂ ਅਸੀਂ ਚਾਹੀਏ ਤੇ ਭਾਵੇਂ ਨਾ ਚਾਹੀਏ। ਲੇਕਿਨ ਇਹ ਤੁਹਾਡੀ ਗੱਲ ਸਹੀ ਦਰੁਸਤ ਹੈ ਕਿ ਡਿਸਟੋਪੀਆ ਵਾਲੇ ਜਿਹੜੇ ਇਹ ਕਹਿੰਦੇ ਨੇ ਕਿ ਬਈ ਫਰਜ਼ ਕਰੋ, ਤੁਸੀਂ ਜਿਹੜੀ ਮੈਂ ਮਿਸਾਲ ਪਿਛਲੀ ਵਾਰੀ ਵੀ ਦਿੱਤੀ ਸੀ ਕਿ ਫਰਜ਼ ਕਰੋ ਤੁਸੀਂ ਇਨਵਾਇਰਮੈਂਟਲ ਦੇ ਵਿੱਚ ਜਿਹੜੀ ਹਰਾਰਤ ਪੈਦਾ ਹੋ ਰਹੀ ਹੈ, ਤੇ ਇਨਵਾਇਰਮੈਂਟ ਜਿਹੜਾ ਹੈ ਉਹ ਇਕੋਲੋਜੀਕਲ ਸਿਸਟਮ ਜਿਹੜਾ ਹੈ ਉਹ ਖਰਾਬ ਹੋ ਰਿਹਾ ਹੈ, ਤੇ ਅਗਰ ਫਰਜ਼ ਕਰੋ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਨਾਲ ਉਹਨੂੰ ਰਿਵਰਸ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਹੜੀ ਕੀਤੀ ਜਾਵੇਗੀ, ਤੇ ਇਹ ਵੀ ਹੋ ਸਕਦਾ ਕਿ ਉਹਦੀ ਐਸੀ ਗਲਤੀ ਹੋ ਜਾਵੇ ਉਹਦੇ ਵਿੱਚ ਕਿ ਸਾਰੀ ਦੁਨੀਆ ਹੀ ਤਬਾਹ ਕਰ ਦੇਵੇ। ਇਹ ਤੇ ਹੈ, ਇਹ ਤੇ ਗੱਲ ਹੈ। ਮਤਲਬ ਇਹ ਕਮ ਅਜ਼ ਕਮ ਸਪੈਕੂਲੇਸ਼ਨ ਦੀ ਹੱਦ ਤੱਕ ਸਾਨੂੰ ਇਹਨੂੰ ਵੀ ਐਂਟਰਟੇਨ ਕਰਨਾ ਚਾਹੀਦਾ ਹੈ, ਜਿਵੇਂ ਅਸੀਂ ਬਾਕੀ ਚੀਜ਼ਾਂ ਨੂੰ ਐਂਟਰਟੇਨ ਕਰਨੇ।
सर ये भी तो हो सकता है कि लेटर स्टेजेस ਤੇ ਇਹਦੇ ਲਈ ਕੁਝ ਕੌਨਸ਼ੀਅਸ ਐਫਰਟ ਸ਼ੁਰੂ ਹੋ ਜਾਏ ਕਿ ਭਈ ਇਸ ਕਿਸਮ ਦੇ ਫੈਕਟਰਸ ਪੋਸੀਬਲ ਫੈਕਟਰ ਜਿਹੜੇ ਨੇ ਉਹਨਾਂ ਨੂੰ ਰੂਲ ਆਊਟ ਕਰੀਏ ਜਾਂ ਉਹਨਾਂ ਦੇ ਕੁਝ ਮੈਜਰ ਜੋ ਉਹਨਾਂ ਲਈ ਵਿਦਨ AI ਜਿਹੜਾ ਉਹ ਇੰਸਟਾਲ ਕੀਤੇ ਜਾਣ। ਇਹ ਤੇ ਜਿਹੜੀ ਹੈ ਨਾ ਜਿਹੜੀ ਉਹ ਇਹ ਜਿਹੜੀ ਮਿਸਾਲ ਹੈਗੀ ਹੈ ਜਿਹੜੀ ਉਹ ਟਲਸਾ ਇਲੈਕਟ੍ਰਿਕ ਕਾਰ ਵਾਲਾ ਦਿੰਦਾ ਹੈ ਇਹ ਤੇ ਜਿਹੜੀ ਇੱਕ ਐਕਸਟ੍ਰੀਮ ਹਾਲਤ ਹੈ ਲੇਕਿਨ ਇਹ ਵੀ ਹੋ ਸਕਦਾ ਹੈ ਕਿ ਜਦੋਂ ਇਨਵਾਇਰਨਮੈਂਟ ਨੂੰ ਚੇਂਜ ਕਰਨ ਲਈ ਅਲਗੋਰਿਥਮ ਨੂੰ ਲਿਖੀਆਂ ਜਾਣ ਠੀਕ ਹੈ ਨਾ ਉਹਨੂੰ ਰਿਵਰਸ ਕਰਨ ਲਈ ਤੇ ਉਹਦੇ ਵਿੱਚ ਇਸ ਗੱਲ ਦਾ ਵੀ ਖਿਆਲ ਰੱਖਿਆ ਜਾਵੇ ਕਿ ਜੇ ਮਤਲਬ ਉਹਦੇ 'ਚ ਇਹ ਖਿਆਲ ਰੱਖਿਆ ਜਾਏ ਕਿ ਇਹ ਇਸ ਪਾਸੇ ਨਹੀਂ ਜਾਏਗੀ। ਜੀ ਹਾਂ ਪੋਸੀਬਲ ਜਿਹੜਾ ਉਹ ਕੌਸ਼ਨ ਜਿਹੜੇ ਨੇ ਸਰ ਉਹ ਇੰਸਟਾਲ ਕੀਤੇ ਜਾਣ। ਅਸੀਂ ਤੇ ਹੁਣ ਸੋਚ ਰਹੇ ਹਾਂ ਨਾ ਕਿ ਉਹ ਜਿਹੜੀ ਹੈ ਉਹ ਬਿਲਕੁਲ ਹੀ ਆਪਣੀ ਆਪ ਹੋ ਜਾਏਗੀ ਤੇ ਲੇਕਿਨ ਇਹ ਹੈ ਕਿ ਇਹ ਜਿਹੜੀ ਮਰਹਲੇ ਨੇ ਇਹਨਾਂ ਇਹ ਮੇਰਾ ਖਿਆਲ ਇਹ ਫਿਊਚਰ ਦੇ ਵਿੱਚ ਤੈਅ ਹੋਣਗੇ। ਅਜੇ ਅਸੀਂ ਉਹਨਾਂ ਨੂੰ ਪੂਰੀ ਤਰ੍ਹਾਂ ਵਿਜ਼ੂਅਲਾਈਜ਼ ਨਹੀਂ ਕਰ ਸਕਦੇ। so difficult sir you're very right। ਹਾਂਜੀ ਸਾਡਾ ਵਿਜ਼ੂਅਲਾਈਜ਼ ਕਰਨ ਦਾ ਜਿਹੜੀ ਹੱਦ ਹੈ ਉਹ ਸਾਡੀ ਵੀ ਤੇ ਹੱਦ ਹੈ ਨਾ ਵਿਜ਼ੂਅਲਾਈਜ਼ ਕਰਨ ਦੀ। ਜੀ ਬਿਲਕੁਲ। ਹਾਂ ਤੇ ਮਤਲਬ ਇਹ ਹੈ ਕਿ ਹੁਣ ਤਾਂ ਮਸ਼ੀਨ ਨੇ ਤੁਹਾਨੂੰ ਦੱਸ ਕਿ ਜਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਸ ਹੈ ਇੰਟਰਨੈਟ ਦੇ ਜ਼ਰੀਏ ਉਹ ਤੁਹਾਨੂੰ ਕੰਮ ਕਰ ਕਰਕੇ ਦਿਖਾ ਰਹੀ ਹੈ ਜਿਹੜੀ ਤੁਸੀਂ ਸੋਚ ਹੀ ਨਹੀਂ ਸਕਦੇ। ਤੇ ਆਪਣਾ ਸਾਡਾ ਤਾਂ ਵਿਜ਼ਨ ਮੌਜੂਦ ਹੈ ਤੇ ਮੇਰਾ ਖਿਆਲ ਹੈ ਬਸ ਫਿਰ ਇੱਥੇ ਖਤਮ ਕਰ ਦਿੰਦੇ ਆ ਤੇ ਅਗਲੀ ਵਾਰੀ ਸਹੀ ਹੁਣ। ਹੈਲੋ ਨੂਰ ਸਾਹਿਬ। ਨੂਰ ਸਾਹਿਬ ਡਾਕਟਰ ਸਾਹਿਬ ਮੈਂ ਸੁਣ ਰਿਹਾ ਜੀ ਮੈਂ ਕਹਿ ਰਿਹਾ ਕਿ ਅੱਜ ਤੁਸੀਂ ਬੜੀ ਮੁਹੱਬਤ ਨਾਲ ਸਰ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਸਮਝਾਈਆਂ ਨੇ ਨਵੇਂ ਐਂਗਲਸ ਤੋਂ ਤੇ ਅਸੀਂ ਲੋਕ ਤੇ ਚੂੰਕਿ ਸਾਇੰਸ ਦੇ ਉਸ ਤਰ੍ਹਾਂ ਸਟੂਡੈਂਟਸ ਨਹੀਂ ਸਨ ਜਿਸ ਤਰ੍ਹਾਂ ਤੁਸੀਂ ਅੱਜ ਸਾਰਾ ਇੰਨਾ ਈਜ਼ੀ ਕਰਕੇ ਫਿਜ਼ਿਕਸ ਜਿਹੜੀ ਇਹ ਕੁਆਂਟਮ ਫਿਜ਼ਿਕਸ ਜਿਹੜੀ ਸਰ ਉਹਦੇ ਨਾਲ ਸਾਡਾ ਤਾਰਫ ਕਰਵਾਇਆ ਉਹ ਕਾਫੀ ਅੱਛਾ ਲੱਗ ਰਿਹਾ। ਠੀਕ ਹੈ ਚਲੋ ਫਿਰ ਹੁਣ ਇੱਥੇ ਅੱਜ ਮੁਕਾਉਂਦੇ ਆ ਜੀ ਬਿਹਤਰ ਜੀ ਰੱਬ ਰਾਖਾ। ਠੀਕ ਹੈ ਜੀ ਜੀ ਰੱਬ ਰਾਖਾ ਜੀ। ਰੱਬ ਰਾਖਾ।